ਨੈਕਸਟ ਟੌਪਿਕ ਹੈਗਾ ਵੀ ਟੈਕਸ ਪਲੈਨਿੰਗ। ਟੈਕਸ ਪਲੈਨਿੰਗ ਦਾ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਵੀ ਅਸੀਂ ਟੈਕਸ ਕਿਸ ਤਰ੍ਹਾਂ ਪੇ ਕਰਨਾ, ਉਹਦੀ ਪਲੈਨਿੰਗ ਸੈਟਅਪ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਕੰਸੈਪਟ ਜਿਹੜਾ ਮੇਨ ਇਹਦੇ 'ਚ ਆ ਰਿਹਾ, ਕੰਸੈਪਟ ਆਫ ਟੈਕਸ ਪਲੈਨਿੰਗ। ਟੈਕਸ ਪਲੈਨਿੰਗ ਇਜ਼ ਦੀ ਪ੍ਰੋਸੈਸ ਦੈਟ ਇਜ਼ ਪ੍ਰੋਵਾਈਡ or describe us knowledge how to calculate and tax and what type of the expenses which are included which are not included is ਜਿੰਨੇ ਵੀ ਪ੍ਰਕਾਰ ਦੇ ਮੀਨ ਸਾਡੀ ਕਾਰਪੋਰੇਟ ਪਲੈਨਿੰਗ ਜਦੋਂ ਕਰਦੇ ਹਾਂ ਅਸੀਂ ਕੰਪਨੀ ਦੇ ਵਿੱਚ ਜਾਂ ਟੈਕਸ ਪੇ ਕਰਦੇ ਹਾਂ ਕੁਝ ਵੀ, ਤਾਂ ਸਾਨੂੰ ਇੱਕ ਵਿਊ ਪੁਆਇੰਟ ਜਾਂ ਫਿਰ ਬੇਸ ਮਿਲ ਜਾਂਦਾ ਵੀ ਅਸੀਂ ਆਪਣਾ ਟੈਕਸ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਹੈਗਾ ਔਰ ਕਿਸ ਤਰ੍ਹਾਂ ਪੇ ਕਰਨਾ ਹੈ। ਵੈਸੇ ਤਾਂ ਮੋਸਟਲੀ ਅਸੀਂ ਆਪਣੀ ਕੰਪਨੀਜ਼ ਵਗੈਰਾ ਦੇ ਦੇਖਿਆ ਹੋਊਗਾ, ਜਿਵੇਂ ਸਾਡੀਆਂ ਬੈਲੈਂਸ ਸ਼ੀਟ ਬਣਦੀਆਂ ਹੁੰਦੀਆਂ ਨੇ, ਉਸ ਦੇ ਅਕੋਰਡਿੰਗ ਹੀ ਸਾਡੇ ਜਿਹੜਾ ਪ੍ਰੋਫਿਟ ਨਿਕਲਿਆ ਹੁੰਦਾ ਉਹਦੇ ਉੱਪਰ ਹੀ ਅਸੀਂ ਟੈਕਸ ਪੇ ਕਰਦੇ ਹੈਗੇ ਹਾਂ। ਫਿਰ ਵੀ ਕੁਝ ਪੁਆਇੰਟਸ ਹੁੰਦੇ ਨੇ ਟੈਕਸ ਪਲੈਨਿੰਗ ਦੇ ਵਿੱਚ, ਜਦੋਂ ਅਸੀਂ ਪੜਾਂਗੇ ਵੀ ਜਿਹੜੀਆਂ ਲੋਕਲ ਸਟੇਟਸ ਹੋ ਗਈਆਂ ਜਾਂ ਫੈਡਰਲ ਏਜੰਸੀਜ਼ ਹੋ ਗਈਆਂ ਜਾਂ ਕੋਈ ਹੋਰ ਵੀ ਸਾਡੀਆਂ ਜਿੰਨੀਆਂ ਏਜੰਸੀਜ਼ ਹੋ ਗਈਆਂ, ਜਿਵੇਂ ਕਿ ਸੀ ਕਾਰਪੋਰੇਸ਼ਨ, ਐਸ ਕਾਰਪੋਰੇਸ਼ਨ ਜਾਂ ਲੋਕਲ ਅਥਾਰਟੀਜ਼, ਸਭ ਲਈ ਸਾਨੂੰ ਕੀ ਹੈ ਬੇਸ ਮਿਲ ਜਾਂਦਾ ਹੈ ਟੈਕਸ ਪਲੈਨਿੰਗ ਤੋਂ। ਟੈਕਸ ਪਲੈਨਿੰਗ ਦਾ ਮੇਨ ਮਤਲਬ ਹੀ ਹੋ ਗਿਆ ਵੀ ਅਸੀਂ ਟੈਕਸ ਨੂੰ ਕੈਲਕੂਲੇਟ ਕਰਨਾ ਹੈ ਔਰ ਉਹਨੂੰ ਪੇ ਕਰਨਾ ਹੈ। ਇਹਨੂੰ ਪੇ ਕਰਨ ਦਾ ਕਹਿੰਦਾ ਉਹੀ ਅਮਾਊਂਟ ਜਿਹੜੀ ਤੁਹਾਡੀ ਟਾਈਮਲੀ ਮੈਨਰ ਦੇ ਬੇਸ ਪੇ ਹੁੰਦੀ ਹੈ। ਤੁਸੀਂ ਇਹ ਨਹੀਂ ਕਹੋਗੇ ਵੀ ਅਸੀਂ ਜਦੋਂ ਮਰਜ਼ੀ ਆਪਣਾ ਟੈਕਸ ਪੇ ਕਰ ਦਈਏ। ਜੋ ਟਾਈਮ ਗਵਰਨਮੈਂਟ ਨੇ ਸੈਟਅਪ ਕੀਤਾ ਹੋਊਗਾ ਉਸ ਦੇ ਅਕੋਰਡਿੰਗ, ਜਿਵੇਂ ਇਸ ਸਾਲ ਦੇ ਵਿੱਚ ਚੱਲਦਾ ਪਿਆ ਹੈਗਾ, ਜਿੰਨੀਆਂ ਵੀ ਕੰਪਨੀਆਂ ਨੇ ਆਡਿਟ ਸੀਗਾ, ਆਡਿਟ ਵਾਲੀ ਫਰਮਸ ਦਾ ਲਾਸਟ ਡੇਟ ਕੀ ਸੀਗੀ, ਆਹੀ ਮੰਥ ਜਿਹੜੀ ਅਕਤੂਬਰ ਨਿਕਲ ਗਈ, 31 ਅਕਤੂਬਰ ਸੀ, ਲੇਕਿਨ ਹੁਣ ਇਹਨਾਂ ਨੇ ਵਧਾਤੀ, ਉਹ ਜਨਵਰੀ ਤੱਕ ਚਲੇਗੀ। ਇੰਡੀਵਿਜੂਅਲ ਪਰਸਨਸ ਜਿਹੜੇ ਮੀਨਸ ਬਿਜ਼ਨਸ ਵਗੈਰਾ ਨਹੀਂ ਕਰਦੇ, ਜੋ ਆਪਣੇ ਟੈਕਸ ਪੇ ਕਰਨ, ਉਹਨਾਂ ਦੀ ਨਵੰਬਰ ਤੱਕ ਸੀ, ਲੇਕਿਨ ਉਹਨਾਂ ਦੀ ਵੱਧ ਕੇ ਜਨਵਰੀ ਤੱਕ ਚਲੀ। ਤਾਂ ਮੀਨਸ ਉਹ ਗਵਰਨਮੈਂਟ ਟਾਈਮ ਸੈੱਟ ਕੀਤਾ ਹੋਏਗਾ, ਉਸ ਦੇ ਅਕੋਰਡਿੰਗ ਆਡਿਟਡ ਫਾਈਨੈਂਸ਼ੀਅਲ ਸਟੇਟਮੈਂਟ ਹੋ ਗਈਆਂ, ਚਾਹੇ ਵਿਦਾਊਟ ਆਡਿਟ ਵਾਲੇ ਨੇ, ਜਿਵੇਂ ਮਰਜ਼ੀ ਨੇ ਉਹਨਾਂ ਨੂੰ ਟਾਈਮ ਟੂ ਪੇ ਕਰਨੀ ਪੈਂਦੀ ਹੈਗੀ। ਜਦੋਂ ਵੀ ਅਸੀਂ ਕਹਿੰਦਾ ਟੈਕਸ ਪਲੈਨਿੰਗ ਕਰਦੇ ਹੈਗੇ, ਦੇਖੋ ਇਹਨਾਂ ਨੇ ਲਿਖਿਆ ਬੇਸਿਕ ਰੂਲਸ ਐਪਲੀਕੇਬਲ ਟੂ ਟੈਕਸ ਪਲੈਨਿੰਗ ਫॉर ਬਿਜ਼ਨਸ। ਦੋ ਰੂਲ ਕਹਿੰਦਾ ਲਿਖੇ ਹੈਗੇ ਨੇ ਟੈਕਸ ਪਲੈਨਿੰਗ ਲਈ। ਸਭ ਤੋਂ ਪਹਿਲਾਂ ਹੈਗਾ ਫॉर ਅ ਸਮਾਲ ਬਿਜ਼ਨਸ ਸ਼ੁੱਡ ਨੈਵਰ ਇਨਕਰ ਐਡੀਸ਼ਨਲ ਐਕਸਪੈਂਸਿਵ ਟੂ ਗੇਨ ਅ ਟੈਕਸ ਡਿਡਕਸ਼ਨ। ਜਿਹੜੇ ਛੋਟੇ ਬਿਜ਼ਨਸ ਵਾਲੇ ਹੁੰਦੇ ਨੇ ਉਹ ਕਹਿੰਦਾ ਇਹ ਨਹੀਂ ਹੈ ਵੀ ਕੋਈ ਐਡੀਸ਼ਨਲ ਖਰਚੇ ਪਾ ਲੈਣਗੇ ਵੀ ਅਸੀਂ ਆਪਣੇ ਹਿਸਾਬ ਨਾਲ ਕੀ ਆਪਣੀ ਟੈਕਸ ਦੀ ਡਿਡਕਸ਼ਨ ਕਰਵਾ ਲਾਂਗੇ। ਇਦਾਂ ਦੇ ਕੋਈ ਖਰਚੇ ਤੁਸੀਂ ਪਾ ਨਹੀਂ ਸਕਦੇ ਹੈਗੇ ਛੋਟੇ ਬਿਜ਼ਨਸ ਵਾਲਿਆਂ ਨੂੰ। ਖਰਚੇ ਇਦਾਂ ਦੇ ਵੀ ਕੁਝ ਵੀ ਤੁਸੀਂ ਖਰਚੇ ਪਾ ਲਓਗੇ, ਕਿਉਂਕਿ ਛੋਟੇ ਬਿਜ਼ਨਸ ਦੇ ਵਿੱਚ ਇੰਨੇ ਜ਼ਿਆਦਾ ਖਰਚੇ ਹੁੰਦੇ ਹੀ ਨਹੀਂ ਹੈ। ਕੋਈ ਔਖਾ ਵੀ ਮੈਂ ਛੋਟੇ ਬਿਜ਼ਨਸ ਵਾਲਾ ਜਾਣ ਕੇ ਪ੍ਰੋਫਿਟ ਘੱਟ ਦਿਖਾਦਾ, ਇਦਾਂ ਦੀ ਕੋਈ ਆਪਸ਼ਨ ਨਹੀਂ ਹੁੰਦੀ। ਦੂਸਰਾ ਲਿਖਿਆ ਗਿਆ ਸਮਾਲ ਬਿਜ਼ਨਸ ਸ਼ੁੱਡ ਆਲਵੇਸ ਅਟੈਂਪਟ ਟੂ ਡੈਫਰ ਟੈਕਸ ਵੈਨ ਪੋਸੀਬਲਸ। ਹਮੇਸ਼ਾ ਕਹਿੰਦਾ ਛੋਟੇ ਬਿਜ਼ਨਸ ਵਾਲੇ ਹੁੰਦੇ ਨੇ ਕਿ ਉਹਨਾਂ ਨੂੰ ਟੈਕਸ ਪੇ ਕਰਨਾ ਹਮੇਸ਼ਾ ਜਿੰਨਾ ਦੇ ਦੇਣਾ ਉਹਨਾਂ ਘੱਟ ਅਸੀਂ ਟੈਕਸ ਪੇ ਕਰੀਏ, ਲੇਕਿਨ ਇਹ ਕਦੇ ਨਹੀਂ ਹੋ ਸਕਦਾ ਹੈਗਾ। ਤੁਹਾਨੂੰ ਆਪਣਾ ਬਿਜ਼ਨਸ ਪ੍ਰੋਪਰ ਤਰੀਕੇ ਤੇ ਦਿਖਾਣਾ ਹੀ ਪੈਣਾ ਹੈਗਾ। ਅਗਰ ਤੁਹਾਡੀ ਲਾਰਜ ਨੰਬਰ ਆਫ ਫਰਮਸ ਵਿੱਚ ਬਿਜ਼ਨਸ ਕਾਫੀ ਤਗੜਾ ਹੈਗਾ, ਉਹਦੇ ਵਿੱਚ ਬਹੁਤ ਸਾਰੇ ਐਕਸਪੈਂਸਿਵ ਹੁੰਦੇ ਨੇ, ਉਹਦੇ 'ਚ ਵੀ ਇਹ ਨਹੀਂ ਵੀ ਬਿਨਾਂ ਮਤਲਬ ਤੁਸੀਂ ਕੋਈ ਐਕਸਪੈਂਸਿਵ ਪਾ ਦੋਗੇ। ਉਹਦੇ ਲਈ ਤੁਹਾਡੇ ਕੋਲ ਰਿਕਾਰਡ ਹੋਣੇ ਚਾਹੀਦੇ ਹੈਗੇ ਨੇ ਜਿਹੜੇ ਤੁਸੀਂ ਐਕਸਪੈਂਸਿਵ ਉਹਦੇ ਵਿੱਚ ਪੁੱਟ ਕਰਦੇ ਹੋ। ਜਰਨਲ ਏਰੀਆ ਆਫ ਟੈਕਸ ਪਲੈਨਿੰਗ। ਟੈਕਸ ਪਲੈਨਿੰਗ ਕਹਿੰਦਾ ਕਿਹੜੇ ਏਰੀਆ 'ਚ ਹੁੰਦੀ ਹੈ, ਸਾਨੂੰ ਐਗਜ਼ਾਮਪਲ ਪਤਾ ਹੀ ਹੈ ਜਦੋਂ ਵੀ ਟੈਕਸ ਦੀ ਪਲੈਨਿੰਗ ਹੋਊਗੀ ਅਕਾਊਂਟਿੰਗ ਮੈਥਡ ਦੇ ਨਾਲ ਹੀ ਹੋਊਗੀ। ਅਕਾਊਂਟਿੰਗ ਮੈਥਡ ਜਿਵੇਂ ਅਸੀਂ ਟੈਲੀ ਵਗੈਰਾ ਯੂਜ਼ ਕਰਦੇ ਹੈਗੇ, ਜੋ ਅਕਾਊਂਟਸ ਦੇ ਰੂਲ ਬਣੇ ਹੋਏ ਨੇ ਉਸ ਦੇ ਅਕੋਰਡਿੰਗ ਆਪਣੇ ਸਾਰੀਆਂ ਐਂਟਰੀਆਂ ਪਾਸ ਹੁੰਦੀਆਂ ਹੈਗੀਆਂ ਨੇ, ਉਹਦੇ ਬੇਸ ਤੇ ਹੀ ਸਾਡਾ ਅੱਗੇ ਟੈਕਸ ਨਿਕਲ ਕੇ ਆਉਂਦਾ ਹੈਗਾ। ਜਿਹੜੀਆਂ ਅਕਾਊਂਟਸ ਦੇ ਵਿੱਚ ਸਾਡੀਆਂ ਐਂਟਰੀਆਂ ਪਾਸ ਹੁੰਦੀਆਂ ਨੇ ਉਹਦੇ ਦੋ ਮੈਥਡ ਨੇ। ਅਸੀਂ ਜਿਹੜੀਆਂ ਬੁੱਕ ਰਿਕਾਰਡ ਰੱਖਦੇ ਹੈਗੇ ਆ, ਕਿਹੜੇ ਕਿਹੜੇ ਮੈਥਡ ਨੇ ਪਤਾ? ਇੱਕ ਹੈਗਾ ਸਾਡਾ ਕੈਸ਼ ਬੇਸਿਸ, ਇੱਕ ਹੈਗਾ ਐਕੂਰਲ ਬੇਸਿਸ। ਕੈਸ਼ ਬੇਸਿਸ ਦੇ ਵਿੱਚ ਕੀ ਹੁੰਦਾ, ਜਦੋਂ ਸਾਨੂੰ ਐਂਟਰੀਆਂ ਅਸੀਂ 95% ਤੱਕ ਕੈਸ਼ ਦੇ ਵਿੱਚ ਪੇਮੈਂਟ ਰਿਸੀਵ ਕਰ ਲਈ ਜਾਂ ਪੇਡ ਕਰ ਲਈ, ਉਦੋਂ ਐਂਟਰੀਆਂ ਰਿਕਾਰਡ ਹੁੰਦੀਆਂ ਹੈਗੀਆਂ। ਨੀਚੇ ਲਿਖਿਆ ਵੀ ਤੁਹਾਡੇ ਕੋਲ cash method is accounting allow taxpayer to repay their revenues when received and expenses were paid. More than 95% of individual taxpayer use cash method. ਜਿੰਨੇ ਵੀ ਕਹਿੰਦਾ 90 taxpayer method ਹੈਗੇ ਨੇ, ਜਿਹੜੇ ਪਰਸਨਸ ਨੇ ਇੰਡੀਵਿਜੂਅਲ, ਉਹ ਕੈਸ਼ ਮੈਥਡ ਹੀ ਯੂਜ਼ ਕਰਦੇ ਨੇ। ਉਹਦੇ ਵਿੱਚ ਐਂਟਰੀਆਂ ਉਦੋਂ ਹੀ ਯੂਜ਼ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਨੂੰ ਪੇਮੈਂਟ ਦੇਤੀ ਜਾਂ ਜਦੋਂ ਤੁਸੀਂ ਕਿਸੇ ਤੋਂ ਪੇਮੈਂਟ ਲੈ ਲਈ। ਦੂਸਰਾ ਮੈਥਡ ਜਿਹੜਾ ਹੈਗਾ ਉਹ ਸਾਡਾ ਹੈਗਾ ਐਕੂਰਲ ਮੈਥਡ। ਐਕੂਰਲ ਮੈਥਡ ਦਾ ਮਤਲਬ ਨਾ ਜਦੋਂ ਕੋਈ ਚੀਜ਼ ਓਕਿਊਰ ਹੋਣੀ ਹੈ, ਮੀਨਸ ਸਾਨੂੰ ਪਤਾ ਵੀ ਸਾਨੂੰ ਪੈਸੇ ਮਿਲਣੇ ਨੇ ਜਾਂ ਹਜੇ ਅਸੀਂ ਕਿਸੇ ਨੂੰ ਪੇਬਲ ਦੇ ਵਿੱਚ ਕਰਤਾ ਜਾਂ ਕੁਝ ਕਰਤੀਆਂ, ਉਹ ਐਂਟਰੀਆਂ ਅਸੀਂ ਦਿਖਾ ਦਿੰਦੇ ਹਾਂ ਪੈਂਡਿੰਗ ਦੇ ਵਿੱਚ। ਜਦੋਂ ਅਸੀਂ ਐਂਟਰੀਆਂ ਦਿਖਾ ਦਿੰਦੇ ਹੁੰਦੇ ਹਾਂ, ਇਹ ਮੋਸਟਲੀ ਆਪਾਂ ਅਕਾਊਂਟਸ ਦੇ ਵਿੱਚ ਇਦਾਂ ਵੀ ਕਰਦੇ ਹੁੰਦੇ ਹਾਂ। ਬੈਲੈਂਸ ਸ਼ੀਟ ਦੇ ਟਾਈਮ ਤੇ ਕੁਝ ਐਂਟਰੀਆਂ ਸੈਲਰੀ ਪੇਬਲ, ਕਿਸੇ ਨੂੰ ਸੈਲਰੀ ਪੈ ਗਈ ਹੁੰਦੀ, ਸੈਲਰੀ ਪੇਬਲ ਖਰਚੇ ਦਿਖਾ ਦਿੰਦੇ ਹਾਂ, ਉਸੇ ਤਰ੍ਹਾਂ ਵੀ ਅਗਲੇ ਸਾਲ ਪੇ ਕਰ ਦਾਂਗੇ। ਕਾਫੀ ਕੰਪਨੀਆਂ ਇਦਾਂ ਦੀ ਐਡਜਸਟਮੈਂਟ ਕਰਦੀਆਂ ਨੇ। ਕੁਝ ਕੰਪਨੀਆਂ ਕਹਿੰਦਾ ਐਕੂਰਲ ਬੇਸਿਸ ਤੇ ਚੱਲਣ, ਲੇਕਿਨ ਇਹ ਜਿਹੜਾ ਐਕੂਰਲ ਮੈਥਡ ਹੈਗਾ ਇਹ ਮੋਸਟਲੀ ਜੋ ਹੈ ਕਾਰਪੋਰੇਟ ਵਗੈਰਾ ਯੂਜ਼ ਹੀ ਕਰਦੀਆਂ ਨੇ। ਮੀਨਸ ਜਿੰਨੀ ਤਰ੍ਹਾਂ ਫਾਰਮਸ ਜਾਂ ਕੰਪਨੀਆਂ ਹੋਣਗੀਆਂ ਉਹ ਯੂਜ਼ ਕਰਦੀਆਂ ਨੇ ਇਸ ਮੈਥਡ। ਇਹ ਸੇਲ ਓਕਿਊਰ ਵੈਨ ਦੀ ਫੋਲੋਇੰਗ ਕੰਡੀਸ਼ਨ ਆਰ ਮੈਟ। ਕਹਿੰਦਾ ਜਦੋਂ ਸੇਲ ਅਸੀਂ ਦੇਖਦੇ ਹਾਂ, ਕੋਈ ਸੇਲ ਐਗਜ਼ਾਮਪਲ ਹੀ ਲਈ ਹੈਗੇ ਨੇ ਓਕਿਊਰ ਮੈਥਡ ਦੀਆਂ। ਸੇਲ ਦੀ ਸਾਨੂੰ ਪਤਾ ਵੀ ਐਂਟਰੀ ਹਲੇ ਹੋਣੀ ਆ, ਅਸੀਂ ਉਦਾਂ ਹੀ ਦਿਖਾਤੀ ਐਂਟਰੀ, ਜਾਂ ਕੁਝ ਕਮਿਸ਼ਨ ਬੇਸ ਤੇ ਹੋਗੀ ਜਾਂ ਸੈਲਰੀ ਬੇਸ ਤੇ ਹੋਗੀ, ਇਹ ਐਕੂਰਲ ਮੈਥਡ ਸਾਡੇ ਕੋਲ ਆ ਜਾਂਦਾ ਹੈਗਾ। ਉਸ ਤੋਂ ਬਾਅਦ ਹੈਗਾ ਟੈਕਸ ਪਲੈਨਿੰਗ ਫॉर ਡਿਫਰੈਂਟ ਬਿਜ਼ਨਸ ਫਾਰਮ। ਅਲੱਗ-ਅਲੱਗ ਬਿਜ਼ਨਸ ਫਾਰਮਸ ਨੇ, ਉਹਨਾਂ ਲਈ ਟੈਕਸ ਪਲੈਨਿੰਗ
ਇੱਕ ਇਨਵੈਂਟਰੀ ਵੈਲਿਊਏਸ਼ਨ ਮੈਥਡ ਵੀ ਇਹਨਾਂ ਨੇ ਦਿੱਤਾ ਹੈਗਾ। ਇਹ ਸਮਾਲ ਬਿਜ਼ਨਸ ਚੂਜ਼ ਫॉर ਇਨਵੈਂਟਰੀ ਵੈਲਿਊਏਸ਼ਨ। ਜਿਹੜੇ ਸਮਾਲ ਬਿਜ਼ਨਸ ਹੁੰਦੇ ਨੇ ਜਿਨ੍ਹਾਂ ਦਾ ਛੋਟਾ ਜਿਹਾ ਵਰਕ ਹੁੰਦਾ, ਜਿਨ੍ਹਾਂ ਨੂੰ ਕਿ ਈਜ਼ੀਲੀ ਬੇਸ ਨਾਲ ਆਪਣੀ ਇਨਵੈਂਟਰੀ ਕਰ ਸਕਦੇ ਨੇ, ਉਹ ਇਸ ਮੈਥਡ ਨੂੰ ਯੂਜ਼ ਕਰਦੇ ਨੇ। ਇਹਦੇ ਵਿੱਚ ਮੈਥਡ ਨੂੰ ਯੂਜ਼ ਕਰਨ ਦਾ ਮਤਲਬ ਹੁੰਦਾ ਟੈਕਸ ਦੀ ਸੇਵਿੰਗ ਕਰਨਾ, ਕਿਉਂਕਿ ਉਹ ਸਿਰਫ ਉਹਨਾਂ ਕੀ ਅਕੋਰਡਿੰਗ ਟੈਕਸ ਦਿਖਾ ਦਿੰਦੇ ਨੇ ਵੀ ਜਿੰਨਾ ਸਮਾਨ ਆਇਆ ਔਰ ਜਿੰਨਾ ਚਲਾ ਗਿਆ। ਆਪਣਾ ਬਿਜ਼ਨਸ ਉਹਦੇ ਵਿੱਚ ਉਹ ਪ੍ਰੋਫਿਟ ਉਹਦੇ ਚੋਂ ਇਦਾਂ ਨਹੀਂ ਕੱਢਦੇ ਵੀ ਕੁਝ ਕਮ, ਜਿਵੇਂ ਅੱਜ ਮੋਸਟਲੀ ਤੁਸੀਂ ਸ਼ਾਇਦ ਬੁੱਕਸ ਦੇ ਦੇਖਿਆ ਹੋਊਗਾ, ਕੰਪਨੀਆਂ ਅਲੱਗ-ਅਲੱਗ ਰੇਟ ਦੇ ਅਕੋਰਡਿੰਗ ਆਪਣੀ ਬੈਲੈਂਸ ਸ਼ੀਟ ਬਣਾਉਂਦੀਆਂ ਨੇ। ਮੋਸਟਲੀ ਜ਼ਿਆਦਾਤਰ ਕੀ ਹੈ 8% ਦੇ ਅਕੋਰਡਿੰਗ ਹੀ ਜ਼ਿਆਦਾ ਹਰ ਤਰ੍ਹਾਂ ਬਣਦੀ। ਜਿੱਥੇ ਦੇਖ ਲਓ ਬੈਲੈਂਸ ਸ਼ੀਟ ਕਿੰਨੇ % ਪ੍ਰੋਫਿਟ ਨਾਲ ਬਣਾ ਰਹੇ ਹੋ, 8% ਪ੍ਰੋਫਿਟ ਨਾਲ। ਚਾਹੇ ਸਮਾਨ ਜਿਵੇਂ ਮਰਜ਼ੀ ਸੇਲ ਕਰਿਆ ਹੋਵੇ, ਚਾਹੇ ਵੱਧਦਾ ਚਾਹੇ ਘਟਦਾ, 8% ਨਾਲ ਉਹਨਾਂ ਨੇ ਪ੍ਰੋਫਿਟ ਦੇ ਅਕੋਰਡਿੰਗ ਬੈਲੈਂਸ ਸ਼ੀਟ ਬਣਾਈ। ਲੇਕਿਨ ਸਮਾਲ ਫਰਮਸ ਇਹ ਹਮੇਸ਼ਾ ਇਨਵੈਂਟਰੀ ਬੇਸ ਨਾਲ ਚੱਲਦੇ ਨੇ। ਇਹਦੇ ਨਾਲ ਕੀ ਹੁੰਦਾ, ਸਾਡੇ ਕੋਲ ਟੈਕਸ ਸੇਵਿੰਗ ਹੋ ਜਾਂਦੀ ਹੈ। ਇੱਕ ਇੰਪੋਰਟੈਂਟ ਵੀ ਹੈਗਾ, ਕਿਉਂਕਿ ਸਾਡੇ ਨਾਲ ਕੀ ਹੈ, ਇੱਕ ਤਾਂ ਇਨਵੈਂਟਰੀ ਦੀ ਕੋਸਟ ਵੀ ਘੱਟ ਜਾਂਦੀ ਹੈ, ਕਿਉਂਕਿ ਸਮਾਲ ਬਿਜ਼ਨਸ ਇੰਨਾ ਜ਼ਿਆਦਾ ਤਾਂ ਹੁੰਦਾ ਹੀ ਨਹੀਂ ਹੈ। ਉਹ ਤਾਂ ਈਜ਼ੀਲੀ ਬੇਸ ਨਾਲ ਕੱਟ ਆਫ ਕਰਦੇ ਚਲੇ ਜਾਂਦੇ ਨੇ। ਉਹਨਾਂ ਦੇ ਰੇਟ ਜੋ ਹੈ ਇਨਵੈਂਟਰੀ ਬੇਸ ਤੇ ਜੋ ਰੇਟ ਰੱਖੇ ਹੁੰਦੇ ਨੇ, ਉਸ ਦੇ ਬੇਸ ਤੇ ਹੀ ਉਹ ਰਿਕਾਰਡ ਬਣਾ ਕੇ ਅੱਗੇ ਪੇਸ਼ ਕਰ ਦਿੰਦੇ ਹੈਗੇ ਨੇ। ਉਸ ਤੋਂ ਬਾਅਦ ਹੈਗਾ ਸਾਡੇ ਕੋਲ ਟੈਕਸ ਪਲੈਨਿੰਗ ਫॉर ਡਿਫਰੈਂਟ ਬਿਜ਼ਨਸ ਫਾਰਮ। ਜਿੰਨੀਆਂ ਵੀ ਬਿਜ਼ਨਸ ਫਾਰਮਸ ਨੇ, ਮੀਨਸ ਅਲੱਗ-ਅਲੱਗ ਟਾਈਪਸ ਦੇ, ਉਹ ਪੇ ਕਿਸ ਤਰ੍ਹਾਂ ਕਰਦੇ ਹੈਗੇ ਟੈਕਸ। ਦੇਖੋ ਸਭ ਤੋਂ ਪਹਿਲਾਂ ਬਿਜ਼ਨਸ ਸੋਲ ਪ੍ਰੋਪਰਾਈਟਰਸ਼ਿਪ ਔਰ ਪਾਰਟਨਰਸ਼ਿਪ ਫਾਰਮ। ਸੋਲ ਪ੍ਰੋਪਰਾਈਟਰਸ਼ਿਪ ਦਾ ਮਤਲਬ ਕੀ ਹੋਊਗਾ, ਜਿਵੇਂ ਕਿ ਅਸੀਂ HUF ਫਰਮ ਕਹਿ ਸਕਦੇ ਹੈਗੇ ਜਾਂ ਫਿਰ ਪਾਰਟਨਰਸ਼ਿਪ ਫਰਮ। ਪਾਰਟਨਰਸ਼ਿਪ ਫਰਮ ਦੇ ਵਿੱਚ ਵੀ ਪਰਸਨਸ ਹੁੰਦੇ ਨੇ। ਇਹਨਾਂ ਦੇ ਉੱਪਰ ਜਿਹੜੇ ਰੇਟ ਲੱਗਦੇ ਹੈਗੇ ਨੇ, ਮੋਸਟਲੀ ਇੰਡੀਵਿਜੂਅਲ ਬੇਸ ਤੇ ਹੀ ਰੇਟ ਲੱਗਦੇ ਹੈਗੇ ਨੇ, ਜਿਹੜੀ ਵੀ ਤੁਹਾਡੀ ਸੋਲ ਪ੍ਰੋਪਰਾਈਟਰਸ਼ਿਪ ਫਰਮ। ਕਿਉਂਕਿ ਸੋਲ ਪ੍ਰੋਪਰਾਈਟਰਸ਼ਿਪ ਪਰਸਨ ਕੀ ਹੁੰਦਾ, ਇੱਕ ਤਰ੍ਹਾਂ ਦਾ ਸਿੰਗਲ ਪਰਸਨ ਹੀ ਹੁੰਦਾ ਜਿਹਨੇ ਬਿਜ਼ਨਸ ਚਲਾਇਆ ਹੁੰਦਾ ਹੈ। ਇਹਦੇ ਉੱਪਰ ਜਿਹੜੇ ਰੇਟ ਐਪਲੀਕੇਬਲ ਹੁੰਦੇ ਨੇ ਉਹ ਇੰਡੀਵਿਜੂਅਲ ਬੇਸ ਵਾਲੇ ਹੁੰਦੇ ਨੇ, ਲੇਕਿਨ ਇਹਨਾਂ ਨੂੰ ਇਹ ਹੁੰਦਾ ਕਿ ਆਪਣੇ ਬਿਜ਼ਨਸ ਦੇ ਵਿੱਚੋਂ ਵੀ ਪ੍ਰੋਫਿਟ ਦਿਖਾਣਾ ਹੁੰਦਾ ਹੈ। ਪਲੱਸ ਉਹਨਾਂ ਨੂੰ ਇੰਡੀਵਿਜੂਅਲ ਬੇਸ ਤੇ ਅਦਰ ਕੋਈ ਇਨਕਮ ਹੁੰਦੀਆਂ ਨੇ, ਉਹ ਸਾਰੀਆਂ ਕੈਲਕੂਲੇਟ ਕਰਨੀਆਂ ਹੁੰਦੀਆਂ। ਐਗਜ਼ਾਮਪਲ, ਤੁਸੀਂ ਕੋਈ ਬਿਜ਼ਨਸ ਸਟਾਰਟ ਕੀਤਾ ਹੋਇਆ, ਤੁਹਾਡੇ ਆਪਣੇ ਬਿਜ਼ਨਸ ਦੀ ਬੈਲੈਂਸ ਸ਼ੀਟ, ਅਗਰ ਤਾਂ ਤੁਹਾਡਾ ਟਰਨਓਵਰ ਜ਼ਿਆਦਾ ਹੈ ਫਿਰ ਤਾਂ ਆਡਿਟ ਹੋ ਕੇ ਬੈਲੈਂਸ ਸ਼ੀਟ ਬਣੂਗੀ। ਅਗਰ ਟਰਨਓਵਰ ਜ਼ਿਆਦਾ ਨਹੀਂ ਹੈਗੀ ਫਿਰ ਤੁਹਾਨੂੰ ਆਡਿਟ ਕਰਾਉਣ ਦੀ ਲੋੜ ਤਾਂ ਨਹੀਂ ਹੁੰਦੀ, ਲੇਕਿਨ ਫਿਰ ਵੀ ਬਿਜ਼ਨਸ ਦੀ ਆਪਣੀ ਤੁਸੀਂ ਇੱਕ ਬੈਲੈਂਸ ਸ਼ੀਟ ਬਣਾਉਂਦੇ ਹੋ, ਤੁਹਾਡਾ ਅਕਾਊਂਟੈਂਟ ਹੀ ਉਹ ਬਣਾ ਦਿੰਦਾ ਹੈਗਾ। ਉਹਦਾ ਜੋ ਪ੍ਰੋਫਿਟ ਹੁੰਦਾ ਹੈ ਉਹ ਤੁਸੀਂ ਆਪਣੇ ਇਨਕਮ ਟੈਕਸ ਦੇ ਸ਼ੋ ਨਾਲ ਕਰਦੇ ਹੁੰਦੇ ਹੋ। ਦੇਖੋ ਲਿਖਿਆ ਪਾਰਟਨਰਸ਼ਿਪ ਔਰ प्रोप्राइटरशिप पे पर्सनल टैक्स रिटर्न्स रेदर देन दी बिजनेस इनकम टैक्स। चाहे पार्टनरशिप फर्म है चाहे प्रोप्राइटरशिप फर्म है, ये अपनी इनकम टैक्स रिटर्न्स ਜਿਹੜੀਆਂ ਪਰਸਨਲ ਬੇਸ ਤੇ ਭਰਦੇ ਹੈਗੇ ਨੇ, ਨਾ ਕਿ ਬਿਜ਼ਨਸ ਬੇਸ ਤੇ। ਦੂਸਰੀ ਤੁਹਾਡੇ ਕੋਲ ਹੈਗੀ ਹੈ ਸੀ ਕਾਰਪੋਰੇਸ਼ਨ। ਸੀ ਕਾਰਪੋਰੇਸ਼ਨ ਟੈਕਸ ਪਲੈਨਿੰਗ ਬਿਲਕੁਲ ਹੀ ਡਿਫਰੈਂਟ ਹੈਗੀ ਹੈ ਪ੍ਰੋਪਰਾਈਟਰਸ਼ਿਪ ਤੋਂ ਔਰ ਪਾਰਟਨਰਸ਼ਿਪ ਤੋਂ। ਦਿਸ ਇਜ਼ ਬਿਕੋਜ਼ ਪ੍ਰੋਫਿਟ ਅਰਨ ਬਾय ਸੀ ਕਾਰਪੋਰੇਸ਼ਨ ਅਕਿਊ ਟੂ ਕਾਰਪੋਰੇਸ਼ਨ ਰੈਦਰ ਦੈਨ ਟੂ ਦ ਇੰਡੀਵਿਜੂਅਲ ਓਨਰਸ਼ਿਪ ਔਰ ਸ਼ੇਅਰ ਹੋਲਡਰ। ਮੀਨਸ ਜਿਹੜੀਆਂ ਕਾਰਪੋਰੇਸ਼ਨਸ ਹੋਣਗੀਆਂ ਇਹ ਆਪਣਾ ਟੈਕਸ ਜੋ ਹੈ ਇੱਕ ਤਰ੍ਹਾਂ ਬਿਜ਼ਨਸ ਦੇ ਅਕੋਰਡਿੰਗ, ਮੀਨਸ ਕਾਰਪੋਰੇਸ਼ਨ ਦੇ ਅਕੋਰਡਿੰਗ ਭਰਦੀਆਂ ਨੇ। ਜਿਵੇਂ ਇੰਡੀਵਿਜੂਅਲ ਭਰਦੇ ਨੇ ਜਾਂ ਫਿਰ ਪ੍ਰੋਪਰਾਈਟਰਸ਼ਿਪ ਪਰਸਨ ਭਰਦੇ ਨੇ, ਉੱਦਾਂ ਨਹੀਂ ਇਹਨਾਂ ਨੇ ਰਿਟਰਨ ਭਰਨੀ ਹੈਗੀ। Corporation separate taxable entity under the law, different corporate tax rates based on the amount of the net income received। ਅਗਰ ਅਸੀਂ ਮੰਨ ਕੇ ਚੱਲੀਏ ਵੀ ਜਿੰਨੀਆਂ ਸਾਡੀਆਂ ਕਾਰਪੋਰੇਸ਼ਨਸ ਹੈਗੀਆਂ ਨੇ ਮੋਸਟਲੀ ਇਹਨਾਂ ਦੇ ਰੇਟ ਅਲੱਗ ਤੋਂ ਹੁੰਦੇ ਨੇ, ਮੀਨਸ ਇਹਨਾਂ ਦੀ ਸਲੈਬ ਵੀ ਅਲੱਗ ਤੋਂ ਹੁੰਦੀ ਹੈ। ਇਹ ਲਿਖਿਆ ਵੀ ਹੈ ਪਰਸਨਲ ਸਰਵਿਸ ਕਾਰਪੋਰੇਸ਼ਨ ਲਾਈਕ ਮੈਡੀਕਲ ਐਂਡ ਪ੍ਰੈਕਟਿਸ ਪੇ ਫਲੈਟ 35% ਟੈਕਸ। ਜਿੰਨਾ ਵੀ ਇਹਨਾਂ ਦੀ ਇਨਕਮ ਹੋਈ ਹੁੰਦੀ ਹੈ ਤਾਂ ਇਹਨਾਂ ਦਾ ਰੇਟ ਜੋ ਹੈਗਾ 35% ਹੈ। ਮੰਨ ਲਓ ਜਿੰਨਾ ਵੀ ਇਹਨਾਂ ਨੂੰ ਪ੍ਰੋਫਿਟ ਹੋਇਆ ਹੋਊਗਾ ਸੀ ਕਾਰਪੋਰੇਸ਼ਨ ਵਾਲਿਆਂ ਨੂੰ, ਅਗਰ ਉਹ ਪਰਸਨਲ ਤੇ ਚੱਲ ਰਹੇ, ਮੀਨਸ ਪ੍ਰੈਕਟਿਸ ਦਾ ਕੰਮ ਕਰ ਰਹੇ ਹੈਗੇ ਨੇ ਜਾਂ ਫਿਰ ਮੈਡੀਕਲ ਲਾਈਨ ਦੇ ਵਿੱਚ ਕੰਮ ਕਰ ਰਹੇ ਹੈਗੇ ਨੇ, ਤਾਂ ਇਹਨਾਂ ਦਾ ਰੇਟ ਸਿੰਪਲ ਜਿਹਾ ਸਿੱਧੀ ਜੀ ਗੱਲ ਹੈ 35% ਇਹਨਾਂ ਨੂੰ ਪੇ ਕਰਨਾ ਹੀ ਪੈਂਦਾ ਹੈਗਾ ਫਲੈਟ ਰੇਟ ਦੇ ਅਕੋਰਡਿੰਗ। ਉਸ ਤੋਂ ਬਾਅਦ ਤੁਹਾਡੇ ਕੋਲ ਹੈਗੀ ਐਸ ਕਾਰਪੋਰੇਸ਼ਨ। ਐਸ ਕਾਰਪੋਰੇਸ਼ਨ ਅਵੋਇਡ ਪ੍ਰੋਬਲਮ ਆਫ ਡਬਲ ਟੈਕਸੇਸ਼ਨ ਬਾਈ ਪਾਸਿੰਗ ਦੀ ਐਂਡ ਅਰਨਿੰਗ ਔਰ ਲੋਸ ਥਰੂ ਦੀ ਡਾਇਰੈਕਟ ਟੂ ਦੀ ਸ਼ੇਅਰ ਹੋਲਡਰ ਵਿਦਆਊਟ ਹੈਵਿੰਗ ਟੈਕ ਪੇ ਡਿਵੀਡੈਂਡਸ। ਜਿਹੜੀ ਐਸ ਕਾਰਪੋਰੇਸ਼ਨ ਹੈ ਕਹਿੰਦਾ ਇਹਨਾਂ ਦਾ ਕੋਈ ਡਬਲ ਐਂਟਰੀ ਸਿਸਟਮ ਰਹਿੰਦਾ ਹੀ ਨਹੀਂ ਹੈਗਾ। ਸੀ ਕਾਰਪੋਰੇਸ਼ਨ ਨੇ ਮੰਨ ਲਓ ਮੈਂ ਐਗਜ਼ਾਮਪਲ ਡਬਲ ਐਂਟਰੀ ਸਮਝਾ ਦਿੰਦਾ, ਇਹਦੇ ਵਿੱਚ ਡਬਲ ਐਂਟਰੀ ਤਾਂ ਨਹੀਂ ਸੰਸਥਾਵਾਂ ਹੈਗੀਆਂ ਨੇ। ਇਹਦੇ ਵਿੱਚ ਜਿਹੜੇ ਵੀ ਜਿੰਨੇ ਵੀ ਕੰਮ ਹੋ ਰਹੇ ਹੋਣਗੇ, ਜਿਹੜੇ ਸ਼ੇਅਰ ਹੋਲਡਰਸ ਹੋਣਗੇ, ਇਹਨਾਂ ਨੂੰ ਡਿਵੀਡੈਂਡ ਪੇ ਨਹੀਂ ਹੁੰਦਾ ਹੈਗਾ। ਡਿਵੀਡੈਂਡ ਜਿਵੇਂ ਅਸੀਂ ਇੰਟਰਸਟ ਕਹੀਏ, ਇਹਨਾਂ ਨੂੰ ਅਲੱਗ ਤੋਂ ਹੀ ਆਪਣੀ ਰਿਟਰਨ ਪੇ ਕਰਨੀ ਪੈਂਦੀ ਹੈ। ਇਹਨਾਂ ਦੇ ਉੱਪਰ ਡਬਲ ਟੈਕਸ ਦਾ ਬਰਡਨ ਨਹੀਂ ਹੁੰਦਾ। ਇਹਨਾਂ ਲਿਖਿਆ ਵੀ ਹੈ ਦੇਖੋ ਐਕਸਪਰਟ ਨੋਟ ਦੈਟ ਇਟਸ ਆਫਨ preferable for tax planning purpose to begin a new business as is S corporation rather than the C corporation। ਜਿਹੜੇ ਐਕਸਪਰਟ ਪਰਸਨਸ ਹੋਣਗੇ ਉਹ ਹਮੇਸ਼ਾ ਤੁਹਾਨੂੰ ਇਹੀ ਕਹਿਣਗੇ ਵੀ ਤੁਸੀਂ ਸੀ ਦੀ ਜਗ੍ਹਾ ਐਸ ਕਾਰਪੋਰੇਸ਼ਨ ਬਿਜ਼ਨਸ ਸਟਾਰਟ ਕਰੋ। ਮੀਨਸ ਕੋਈ ਵੀ ਸੰਸਥਾ ਲਗਾਉਣਾ ਚਾਹੁੰਦੇ ਹੋ, ਇਹਦੇ ਵਿੱਚ ਕੀ ਹੈ ਤੁਹਾਨੂੰ ਸ਼ੇਅਰ ਹੋਲਡਰ ਵਿੱਚ ਕਰਨ ਦਾ ਫਾਇਦਾ ਵੀ ਹੋਊਗਾ, ਪਲੱਸ ਡਬਲ ਟੈਕਸ ਪੇ ਕਰਨ ਦੀ ਤੁਹਾਡੇ ਉੱਪਰ ਨੌਬਤ ਨਹੀਂ ਆਣੀ ਹੈਗੀ। ਕੁਝ ਪੁਆਇੰਟ ਹਨ ਲਿਖੇ ਹਨ। ਵਾਟ ਟੈਕਸ ਪਲੈਨਿੰਗ ਇਜ਼ ਨੋਟ। ਟੈਕਸ ਪਲੈਨਿੰਗ ਕਹਿੰਦਾ ਕੀ ਹੁੰਦੀ ਹੈ? ਟੈਕਸ ਪਲੈਨਿੰਗ ਇਜ਼ ਨੋਟ ਟੈਕਸ ਇਵੇਜ਼ਨ। ਟੈਕਸ ਪਲੈਨਿੰਗ ਦਾ ਮਤਲਬ ਕਹਿੰਦਾ ਕੋਈ ਟੈਕਸ ਇਵੇਜ਼ਨ ਨਹੀਂ ਹੁੰਦਾ। टैक्स प्लान है जी छुपाना या चोरी करना, टैक्स इवेजन का मतलब होता है।
टैक्स प्लानिंग ਤੁਹਾਨੂੰ क्वेश्चन कई बार पूछ लेते हैं व्हाट टैक्स प्लानिंग का मतलब ਸਾਨੂੰ क्लियर हो गया भी टैक्स ਨੂੰ कैलकुलेट करना और पे करना, लेकिन कहना टैक्स प्लानिंग ਤੁਸੀਂ ਇਹ ਨਹੀਂ ਕਹਿ ਸਕਦੇ टैक्स चोरी करना। दूसरा, टैक्स प्लानिंग इज नॉट जस्ट पुटिंग यूर मनी ब्लाइंडली इनटू दी एटीसी इन्वेस्टमेंट। टैक्स प्लानिंग ਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਬਿਨਾਂ ਦੇਖੇ ਵੀ ਅੰਨੇ ਆਪਣਾ ਸਾਰਾ ਪੈਸਾ ਜੋ ਹੈ ਏਟੀਸੀ ਦੇ ਵਿੱਚ ਪਾਈ ਜਾਓ। ਏਟੀਸੀ ਡਿਡਕਸ਼ਨਸ ਹੁੰਦੀਆਂ ਨੇ ਐਜ਼ ਪਰ ਇਨਕਮ ਟੈਕਸ ਦਾ ਰੂਲ। ਏਟੀਸੀ ਦੇ ਵਿੱਚ ਕਾਫੀ ਪ੍ਰਕਾਰ ਦੀਆਂ ਸਾਨੂੰ ਛੂਟ ਮਿਲਦੀਆਂ ਜਿਨ੍ਹਾਂ ਦੇ ਉੱਪਰ ਸਾਨੂੰ ਟੈਕਸ ਨਹੀਂ ਪੇ ਕਰਨਾ ਪੈਂਦਾ। ਤਾਂ ਇਹ ਕਹਿੰਦੇ ਨੇ ਵੀ ਟੈਕਸ ਪਲਾਨਿੰਗ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਬਲਾਈਂਡਲੀ ਆਪਣੀ ਸਾਰੀ ਟ੍ਰਾਂਜੈਕਸ਼ਨ ਏਟੀਸੀ ਦੇ ਵਿੱਚ ਲੈ ਜਾਓ। ਟੈਕਸ ਪਲਾਨਿੰਗ ਇਜ਼ ਨੋਟ ਡਿਫਿਕਲਟ। ਇਹ ਡਿਫਿਕਲਟ ਨਹੀਂ ਹੈ, ਬਿਲਕੁਲ ਈਜ਼ੀ ਹੈ। ਫਲੈਟ ਰੇਟ ਸਭ ਨੂੰ ਮਿਲੇ ਹੁੰਦੇ ਨੇ। ਜਿਹੜੇ ਇੰਡੀਵਿਜੂਅਲ ਪਰਸਨਸ ਪੇ ਕਰ ਰਹੇ ਨੇ ਉਹਨਾਂ ਦੇ ਅਲੱਗ-ਅਲੱਗ ਇਨਕਮ ਦੇ ਉੱਪਰ ਅਲੱਗ-ਅਲੱਗ ਰੇਟ ਹੈਗੇ ਨੇ। ਅਗਰ ਕੰਪਨੀ ਬੇਸ ਤੇ ਜਿਵੇਂ ਕਾਰਪੋਰੇਟ ਬਿਜ਼ਨਸ ਕੰਮ ਕਰ ਰਹੇ ਹੈਗੇ ਤਾਂ ਫਲੈਟ 30% ਰੇਟ ਨੇ। ਜਿੰਨੀਆਂ ਵੀ ਸਾਡੀਆਂ ਡੋਮੈਸਟਿਕ ਫਰਮਸ ਨੇ ਸਿੰਪਲ ਰੇਟ ਇਹਨਾਂ ਦਾ 30% ਹੈਗਾ। ਇਹ ਤਾਂ ਚਾਹੇ ਤੁਸੀਂ ਨੋਟ ਵੀ ਕਰ ਲਓ। ਅਗਰ ਤੁਹਾਨੂੰ ਕੰਮ ਆ ਵੀ ਜਾਂਦਾ ਹੈਗਾ ਕੋਈ ਵੀ ਬਿਜ਼ਨਸ ਜਿਹਨੇ ਪੇ ਕਰਨਾ ਟੈਕਸ ਤਾਂ ਫਲੈਟ 30% ਰੇਟ ਹੈ। ਜਿੰਨਾ ਪ੍ਰੋਫਿਟ ਹੋ ਜਾਂਦਾ ਸਾਨੂੰ ਉਸ ਦੇ ਅਕੋਰਡਿੰਗ ਆਪਣਾ ਟੈਕਸ ਪੇ ਕਰਨਾ ਪੈਂਦਾ। ਸਾਨੂੰ ਕਾਫੀ ਵਾਰ ਇਹ ਕੁਐਸਚਨ ਆਂਦਾ ਵੀ ਹੈਗਾ ਪੇਪਰ ਦੇ ਵਿੱਚ ਟੈਕਸ ਇਵੇਜ਼ਨ, ਉਹਦੀ ਇੰਪੋਰਟੈਂਸ ਜਾਂ ਫਿਰ ਰੀਜ਼ਨ ਕੀ ਹੁੰਦੇ ਨੇ ਟੈਕਸ ਇਵੇਜ਼ਨ ਕਿਉਂ ਹੁੰਦੀ ਹੈਗੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟੈਕਸ ਇਵੇਜ਼ਨ। ਟੈਕਸ ਇਵੇਜ਼ਨ ਦਾ ਮਤਲਬ ਟੈਕਸ ਨਾ ਭਰਨਾ ਜਾਂ ਫਿਰ ਟੈਕਸ ਦੀ ਚੋਰੀ ਕਰਨਾ। ਟੈਕਸ ਇਵੇਜ਼ਨ ਰੈਫਰ ਟੂ ਦੀ ਟਰਮ ਫਿਨੋਮੀਨਮ ਆਫ ਇਵੇਡਿੰਗ ਟੈਕਸ। ਇਵੇਡਿੰਗ ਦਾ ਮਤਲਬ ਹੁੰਦਾ ਛੁਪਾਣਾ। ਟੈਕਸ ਇਵੇਜ਼ਨ ਦਾ ਮੇਨ ਮਕਸਦ ਕਹਿੰਦਾ ਇਹੀ ਹੁੰਦਾ ਹੈ ਕਿ ਟੈਕਸ ਨੂੰ ਛੁਪਾਣਾ। ਇਟ ਇਜ਼ ਦੀ ਜਰਨਲ term for the efforts by the individual, firm, trust and other entity to evade tax by illegal means। ਸਾਰੇ ਕੋਈ ਪਰਸਨ ਕਹਿੰਦਾ ਚਾਹੇ ਫਰਮਸ ਨੇ, ਚਾਹੇ ਲੋਕਲ ਅਥਾਰਟੀਜ਼ ਕੰਮ ਕਰ ਰਹੀਆਂ ਨੇ, ਚਾਹੇ ਕੋਈ ਟਰਸਟ ਨੇ, ਚਾਹੇ ਕੋਈ ਇੰਡੀਵਿਜੂਅਲ ਬੇਸ ਤੇ ਪਰਸਨਸ ਨੇ, ਸਾਰੇ ਹੀ ਇਲੀਗਲ ਮੀਨਸ ਦੇ ਨਾਲ ਮੀਨਸ ਇਸ ਤਰ੍ਹਾਂ ਦੀਆਂ ਐਂਟਰੀਆਂ ਪਾਸ ਕਰ ਲੈਂਦੇ ਨੇ ਜਿਸ ਬੇਸ ਨਾਲ ਕਿ ਟੈਕਸ ਨੂੰ ਛੁਪਾਉਂਦੇ ਨੇ। ਸਾਡੀ ਕੰਪਨੀ ਦਾ ਕਈ ਵਾਰ ਇਦਾਂ ਟੈਕਸ ਜ਼ਿਆਦਾ ਹੋਇਆ ਹੋਊਗਾ ਤਾਂ ਖਰਚੇ ਆਪਣੇ ਵੱਲੋਂ ਹੀ ਪੁੱਟ ਕਰ ਲੈਣੇ, ਉਦਾਂ ਦੀ ਕੁਝ ਨਹੀਂ। ਫਿਰ ਇਦਾਂ ਦੀ ਹੁੰਦੀ ਉਹਨਾਂ ਕੋਲ ਸਲਿੱਪ ਵੀ ਜਨਰੇਟ ਕਰਵਾ ਲੈਣੇ ਇਧਰੋਂ ਉਧਰੋਂ, ਕਿਉਂਕਿ ਚੱਲ ਬਹੁਤ ਸਾਰੇ ਬਿਜ਼ਨਸ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ, ਉਹ ਲੋਕ ਕਰਦੇ ਵੀ ਹੈਗੇ ਨੇ। ਤਾਂ ਇਸੇ ਤਰ੍ਹਾਂ ਹੀ ਟੈਕਸ ਇਵੇਜ਼ਨ ਹੁੰਦੀ ਹੈ। ਟੈਕਸ ਇਵੇਜ਼ਨ ਯੂਜੂਅਲੀ ਐਂਟੇ ਟੈਕਸਪੇਅਰ ਡੈਲੀਬਰੇਟਲੀ ਮਿਸਰੀਪ੍ਰੈਜ਼ੈਂਟਿੰਗ ਆਫ ਕੰਸੀਲਿੰਗ ਦੀ ਟਰੂ ਸਟੇਟ ਆਫ ਦੇ ਅਫੇਅਰਸ ਆਫ ਦੀ ਟੈਕਸ ਅਥਾਰਟੀਜ਼ ਟੂ ਰਿਡਿਊਸ ਟੈਕਸ ਲਾਇਬਿਲਿਟੀਜ਼। ਟੈਕਸ ਇਵੇਜ਼ਨ ਦਾ ਮਤਲਬ ਕਹਿੰਦਾ ਇਹ ਹੋ ਗਿਆ ਕਿ ਜਿਹੜੇ ਪਰਸਨਸ ਨੇ ਡੈਲੀਬਰੇਟਲੀ ਆਪਣੀ ਇੱਛਾ ਨਾਲ ਕੀ ਹੈ ਮਿਸਰੀਪ੍ਰੈਜ਼ੈਂਟ ਕਰਦੇ ਹੈਗੇ ਨੇ ਆਪਣੇ ਬਿਜ਼ਨਸ ਨੂੰ। ਬਿਜ਼ਨਸ ਨੂੰ ਮਿਸਰੀਪ੍ਰੈਜ਼ੈਂਟ ਕਿੱਦਾਂ ਸ਼ੋ ਕਰਦੇ ਨੇ ਮੀਨਸ ਜੋ ਐਦੀ ਐਕਚੁਅਲ ਪਰਫਾਰਮੈਂਸ ਹੈ ਜਾਂ ਐਕਚੁਅਲ ਪ੍ਰੋਫਿਟ ਨਿਕਲ ਕੇ ਆਇਆ ਉਹ ਸ਼ੋ ਕਰਦੇ ਹੀ ਨਹੀਂ ਹੈਗੇ। ਕਿਉਂ ਨਹੀਂ ਸ਼ੋ ਕਰਦੇ ਕਿ ਤਾਂ ਕਿ ਆਪਣਾ ਟੈਕਸ ਜੋ ਹੈ ਘਟਾ ਸਕਣ। ਟੈਕਸ ਇਵੇਜ਼ਨ ਯੂਜੂਅਲੀ ਅੰਡਰਸਟੂਡ ਟੂ ਐਨ ਐਕਟਿਵਿਟੀ ਵਿਚ ਇਜ਼ ਇੰਡੀਵਿਜੂਅਲੀ ਇੰਟੈਂਸ਼ਨਲੀ ਚੂਜ਼ ਟੂ ਦੀ ਨੋਟ ਪੇ ਇਨਕਮ ਟੈਕਸ ਡਿਊ। ਹਮੇਸ਼ਾ ਕਹਿੰਦਾ ਲੋਕ ਇਹ ਸੋਚ ਕੇ ਹੁੰਦੇ ਨੇ ਅਸੀਂ ਆਪਣਾ ਇਨਕਮ ਟੈਕਸ ਨਹੀਂ ਪੇ ਕਰਨਾ, ਇਸ ਲਈ ਹੀ ਟੈਕਸ ਇਵੇਜ਼ਨ ਕਰਿਆ ਜਾਂਦਾ ਹੈਗਾ। ਇਹਨਾਂ ਦੇ ਅੱਗੇ ਲਿਖੇ ਹੈਗੇ ਨੇ ਟੈਕਸ ਇਵੇਜ਼ਨ ਦੇ ਕੁਝ ਇੰਪੋਰਟੈਂਸ ਮੀਨਸ ਕੁਝ ਕਾਰਨ ਕੀ ਫਾਇਦਾ ਹੁੰਦਾ ਟੈਕਸ ਇਵੇਜ਼ਨ। ਦੇਖੋ ਸਭ ਤੋਂ ਪਹਿਲਾਂ ਇਟ ਰਿਡਿਊਸ ਟੈਕਸ ਕਲੈਕਸ਼ਨਸ ਦੇਅਰ ਅਫੈਕਟਿੰਗ ਟੈਕਸ। ਇਹਦੇ ਨਾਲ ਕੀ ਇੱਕ ਤਾਂ ਟੈਕਸ ਦੀ ਕਲੈਕਸ਼ਨ ਘਟ ਜਾਂਦੀ ਹੈਗੀ ਹੈ। ਦੂਸਰਾ ਇਟ ਕ੍ਰੀਏਟ ਮਿਸ ਐਲੋਕੇਸ਼ਨ ਇਨ ਰਿਸੋਰਸ ਵਿਚ ਯੂਜ਼ ਵੈਨ ਇੰਡੀਵਿਜੂਅਲਸ ਐਂਡ ਫਰਮਸ ਦੇਅਰ ਬਿਹੇਵੀਅਰ ਟੂ ਚੀਟ ਦੇਅਰ ਟੈਕਸ। ਇਹਦੇ ਨਾਲ ਕੀ ਹੁੰਦਾ ਕਿ ਰਿਸੋਰਸਿਸ ਜਿਹੜੇ ਹੈਗੇ ਨੇ ਉਹ ਪ੍ਰੋਪਰ ਤਰੀਕੇ ਨਾਲ ਯੂਜ਼ ਨਹੀਂ ਹੋ ਪਾਉਂਦੇ ਹੈਗੇ, ਕਿਉਂਕਿ ਅਸੀਂ ਕੀ ਹੈ ਆਪਣੀ ਤਰਫ ਤੋਂ ਖਰਚ ਜ਼ਿਆਦਾ ਦਿਖਾਉਂਦੇ ਹੈਗੇ ਆ। ਜਦੋਂ ਕੋਈ ਬਿਜ਼ਨਸ ਦੇ ਵਿੱਚ ਇਦਾਂ ਦੀਆਂ ਐਂਟਰੀਜ਼ ਪਾਸ ਹੁੰਦੀਆਂ ਹੈਗੀਆਂ ਨੇ, ਕਈ ਵਾਰ ਬਿਜ਼ਨਸ ਇਦਾਂ ਦੀ ਕੰਡੀਸ਼ਨ ਤੇ ਵੀ ਆ ਜਾਂਦੇ ਹੈਗੇ ਉਹਨਾਂ ਕੋਲ ਕੈਸ਼ ਵਗੈਰਾ ਇਨ ਹੈਂਡ, ਜਿਵੇਂ ਹਰ ਇੱਕ ਚੀਜ਼ ਦੀ ਗਵਰਨਮੈਂਟ ਨੇ ਤਾਂ ਸੈਟਅਪ ਕੀਤਾ ਹੋਇਆ ਵੀ ਜਦੋਂ ਕੈਸ਼ ਵੀ ਕਿਤੋਂ ਲੈ ਕੇ ਆਓਗੇ ਤੋਂ ਲੈ ਕੇ ਆ ਰਹੇ ਹੈਗੇ, ਜਦੋਂ ਤੁਸੀਂ ਐਂਟਰੀਆਂ ਪਾਸ ਕਰ ਰਹੇ ਹੈਗੇ ਹੋ ਪ੍ਰੋਪਰ ਤਰੀਕੇ ਤੇ ਯੂਜ਼ ਨਹੀਂ ਹੋ ਪਾਉਂਦੇ ਹੈਗੇ ਬਿਜ਼ਨਸ ਦੇ ਵਿੱਚ। ਦੂਸਰਾ ਇਟ ਪ੍ਰੈਜ਼ੈਂਟਸ ਰਿਕੁਆਇਰ ਦੀ ਗਵਰਨਮੈਂਟ ਐਕਸਪੈਂਡ ਰਿਸੋਰਸਿਸ ਟੂ ਡਿਟਰ ਨॉन ਕੰਪਲਾਈਂਸ। ਅਗਰ ਟੈਕਸ ਇਵੇਜ਼ਨ ਹੋਊਗੀ ਤਾਂ ਗਵਰਨਮੈਂਟ ਵੀ ਫਿਰ ਪਲਾਨ ਕਰਨਾ ਨਹੀਂ ਕਰਦੀ। ਜਿਵੇਂ ਗਵਰਨਮੈਂਟ ਨੇ ਐਗਜ਼ਾਮਪਲ ਕੋਈ ਖਰਚੇ ਕਰਨੇ ਨੇ ਪਬਲਿਕਲੀ ਜੇ ਕੁਝ ਵੀ ਗਵਰਨਮੈਂਟ ਨੇ ਜਿੰਨੀ ਪਲੈਨਿੰਗ ਕੀਤੀ ਹੋਊਗੀ ਗਵਰਨਮੈਂਟ ਨੇ ਕਿੱਥੋਂ ਕਰਨੇ ਆ, ਫਿਰ ਅਸੀਂ ਗਵਰਨਮੈਂਟ ਨੂੰ ਨਹੀਂ ਕਹਿ ਸਕਦੇ ਹੈਗੇ ਗਵਰਨਮੈਂਟ ਨੇ ਸਾਡੇ ਲਈ ਕੋਈ ਖਰਚੇ ਨਹੀਂ ਕਰੇ, ਕਿਉਂਕਿ ਗਵਰਨਮੈਂਟ ਨੂੰ ਇਨਕਮ ਕਿੱਥੋਂ ਹੁੰਦੀ ਹੈ ਟੈਕਸ ਤੋਂ ਹੀ ਹੁੰਦੀ ਹੈ। ਅਗਰ ਟੈਕਸ ਗਵਰਨਮੈਂਟ ਕੋਲ ਨਹੀਂ ਜਾਊਗਾ ਤਾਂ ਗਵਰਨਮੈਂਟ ਕੋਈ ਪਲਾਨ ਨਹੀਂ ਕਰ ਸਕਦੀ, ਗਵਰਨਮੈਂਟ ਹਮੇਸ਼ਾ ਨॉन ਕੰਪਲਾਈਂਸ ਦੇ ਵਿੱਚ ਚਲੀ ਜਾਂਦੀ ਹੈ। ਫਿਰ it alters the distribution of income unpredictably unless tax evades are caught the tax fewer tax than the honest taxpayers। ਅਸੀਂ ਕਹਿੰਦਾ ਇਹ ਵੀ ਪ੍ਰੈਡਿਕਟ ਨਹੀਂ ਕਰ ਪੈਂਦੇ ਹੈਗੇ ਵੀ ਕਿੱਥੇ ਇਨਕਮ ਇਕੁਅਲ ਬੇਸ ਤੇ ਡਿਸਟ੍ਰੀਬਿਊਟ ਹੋਵੇ, ਕਿਉਂਕਿ ਟੈਕਸ ਛੁਪਾਉਣ ਵਾਲੇ ਜ਼ਿਆਦਾ ਹੋ ਜਾਂਦੇ ਨੇ, ਟੈਕਸ ਪੇ ਕਰਨ ਵਾਲੇ ਘੱਟ ਹੋ ਜਾਂਦੇ ਨੇ। ਕਈ ਵਾਰ ਤੁਸੀਂ ਸ਼ਾਇਦ ਸੁਣਿਆ ਵੀ ਹੋਊਗਾ ਕਾਫੀ ਬਿਜ਼ਨਸ ਵਾਲੇ ਲੋਕ ਪਰਸਨ ਇਹ ਕਹਿੰਦੇ ਨੇ ਵੀ ਜਿਹੜੇ ਪਰਸਨ ਸਿਰਫ ਟੈਕਸ ਪੇ ਕਰ ਰਹੇ ਨੇ ਬਰਡਨ ਵੀ ਉਹਨਾਂ ਦੇ ਉੱਪਰ ਜ਼ਿਆਦਾ ਹੋ ਜਾਂਦਾ ਹੈ, ਕਿਉਂਕਿ ਜਿਹੜਾ ਬੰਦਾ ਟੈਕਸ ਨਹੀਂ ਪੇ ਕਰ ਰਿਹਾ ਹੁੰਦਾ ਉਹ ਆਪਣਾ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ, ਨਾ ਤਾਂ ਉਹਨੂੰ ਬੁੱਕਸ ਆਫ ਅਕਾਊਂਟਸ ਬਣਾਉਣੀਆਂ ਪੈਂਦੀਆਂ ਨੇ ਨਾ ਕੁਝ ਕਰਨਾ ਪੈਣਾ ਹੈ। ਜਿਹੜਾ ਬੰਦਾ ਟੈਕਸ ਪੇ ਕਰ ਰਿਹਾ ਬੁੱਕਸ ਆਫ ਅਕਾਊਂਟ ਵੀ ਪੇ ਕਰ ਰਿਹਾ ਉਹਨਾਂ ਦੇ ਉੱਪਰ ਬਰਡਨ ਵੀ ਜ਼ਿਆਦਾ ਹੈ, ਸਾਰਾ ਟੈਕਸ ਗਵਰਨਮੈਂਟ ਨੂੰ ਪੇ ਕਰੋ ਔਰ ਸਾਰੇ ਰੂਲ ਗਵਰਨਮੈਂਟ ਦੇ ਫੋਲੋ ਕਰਨੇ ਪੈਣ। More broadly, it is not possible to understand the true impact of taxation without recognizing extension of evasion। ਅਸੀਂ ਮੰਨ ਕੇ ਚੱਲੀਏ ਵੀ ਇਹਦਾ ਕੀ ਇੰਪੈਕਟ ਪੈਂਦਾ ਹੈ
ਪ੍ਰੋਪਰ ਤਰੀਕੇ ਨਾਲ ਨਹੀਂ ਫਾਈਂਡ ਕਰ ਸਕਦੇ, ਕਿਉਂਕਿ ਹਰੇਕ ਬੰਦਾ ਚੋਰੀ ਉੱਥੇ ਟੈਕਸ ਦੀ ਜ਼ਰੂਰ ਕਰਦਾ ਹੈ। ਚਾਹੇ ਜਿਹੜੇ ਬੰਦੇ ਟੈਕਸ ਪੇ ਵੀ ਕਰ ਰਹੇ ਨੇ ਉਹ ਵੀ ਰਿਡਿਊਸ ਕਰਕੇ ਹੀ ਪੇ ਕਰਦੇ ਹੈ। ਤਾਂ ਅਸੀਂ ਇਹਦਾ ਇੰਪੈਕਟ ਦੇਖੀਏ ਵੀ ਕਿੱਦਾਂ ਪਊਗਾ। ਬਹੁਤ ਜ਼ਿਆਦਾ ਇੰਪੈਕਟ ਤਾਂ ਪੈਂਦਾ ਹੀ ਹੈਗਾ, ਕਿਉਂਕਿ ਗਵਰਨਮੈਂਟ ਕੋਲ ਇਨਕਮ ਨਹੀਂ ਜਾਂਦੀ। ਹੁਣ ਆਪਾਂ ਦੇਖੀਏ ਨਾਰਮਲੀ ਸਾਡੇ ਉੱਪਰ ਇੰਨੇ ਬਰਡਨ ਹੁੰਦੇ ਨੇ। ਕਿਵੇਂ ਬਰਡਨ ਹੁੰਦੇ ਨੇ? ਜਿਹੜੀ ਚੀਜ਼ ਬਹੁਤ ਸਸਤੀ ਅਸੀਂ ਉਹਨੂੰ ਮਹਿੰਗੀ ਖਰੀਦਦੇ ਹਾਂ। ਉਹਦਾ ਰੀਜ਼ਨ ਕੀ ਹੁੰਦਾ ਹੈ? ਕਿਉਂਕਿ ਗਵਰਨਮੈਂਟ ਕੋਲ ਇਨਕਮ ਕਿਸੇ ਪਾਸੋਂ ਜਾਂਦੀ ਨਹੀਂ ਹੈ। ਅਗਰ ਕੋਈ ਰੂਲਸ ਬੈਟਰ ਕੀਤੇ ਜਾਣ, ਜਿਵੇਂ ਬਾਹਰਲੀ ਕੰਟਰੀਜ਼ ਦੇ ਵਿੱਚ ਨੇ ਜਾਂ ਕਿਤੇ ਵੀ ਨੇ, ਵੀ ਕੋਈ ਵੀ ਸਮਾਨ ਲਓ ਨਾਲ ਦਾ ਟੈਕਸ ਪੇ ਹੋ ਜਾਊਗਾ, ਤੁਹਾਨੂੰ ਸੈਲਰੀ ਮਿਲ ਰਹੀ ਨਾਲ ਦਾ ਟੈਕਸ ਪੇ ਹੋ ਜਾਊਗਾ, ਫਿਰ ਤਾਂ ਸਾਰੇ ਸਿਸਟਮ ਬੈਟਰ ਹੋ ਸਕਦੇ ਨੇ। ਇੱਥੇ ਤਾਂ ਗਵਰਨਮੈਂਟ ਨੇ ਸੈਟਅਪ ਕੀਤਾ ਹੋਇਆ ਵੀ ਤੁਹਾਨੂੰ ਤੁਹਾਡਾ ਪੈਸਾ ਮਿਲ ਜਾਣਾ, ਤੁਸੀਂ ਬਾਅਦ ਦੇ ਵਿੱਚ ਕੈਲਕੂਲੇਟ ਕਰੋ ਔਰ ਪੇ ਕਰੋ। ਉੱਥੇ ਬੰਦਾ ਆਪਣੇ ਆਪ ਨੂੰ ਛੁਪਾਉਂਦਾ ਫਿਰ ਹਰ ਜਗ੍ਹਾ ਤੇ ਵੀ ਮੈਂ ਆਪਣਾ ਪੈਸਾ ਕਿਉਂ ਪੇ ਕਰਾਂ। ਕੋਜ਼ਿਸ ਆਫ ਟੈਕਸ ਇਵੇਜ਼ਨ। ਟੈਕਸ ਇਵੇਜ਼ਨ ਦੇ ਕਾਰਨ ਕੀ ਨੇ, ਕਿਉਂ ਚੋਰੀ ਹੁੰਦੀ ਹੈਗੀ? ਸਭ ਤੋਂ ਪਹਿਲਾਂ ਹੈਗਾ ਕੰਟਰੋਲ ਐਂਡ ਲਾਇਸੈਂਸ ਸਿਸਟਮ। ਜਿਹੜੇ ਗਵਰਨਮੈਂਟ ਨੇ ਕਹਿੰਦਾ ਕੰਟਰੋਲ ਪਲੱਸ ਲਾਇਸੈਂਸ ਸਿਸਟਮ ਸੈਟਅਪ ਕੀਤੇ ਹੋਏ ਨੇ, ਉਹ ਇੱਕ ਮੇਨ ਬੇਸ ਹੈਗਾ ਕਿ ਹਰ ਇੱਕ ਬੰਦਾ ਸਮਝਦਾ ਹੈਗਾ ਕਿ ਸਾਡੇ ਉੱਪਰ ਇਹ ਬਰਡਨ ਹੈ, ਸਾਨੂੰ ਨਹੀਂ ਪੇ ਕਰਨਾ ਹੈਗਾ। ਮੀਨਸ ਗਵਰਨਮੈਂਟ ਜਿਵੇਂ ਹਰ ਸਾਲ ਕੁਝ ਨਾ ਕੁਝ ਚੇਂਜਸ ਕਰੇ, ਬੰਦੇ ਨੂੰ ਟੈਕਸ ਪੇ ਕਰਨੇ ਪੈਂਦੇ ਨੇ। ਕੋਈ ਨਵਾਂ ਸਿਸਟਮ ਆ ਗਿਆ, ਉਹਨੂੰ ਪੈਸੇ ਦੇ ਕੇ ਲੈਣਾ ਪੈਣਾ ਹੈਗਾ, ਤਾਂ ਉਹ ਕਹਿੰਦੇ ਨੇ ਵੀ ਅਸੀਂ ਕਾਹਦੇ ਲਈ ਟੈਕਸ ਪੇ ਕਰੀਏ? ਕਿਉਂਕਿ ਜਿਹੜਾ ਪਰਸਨ ਇੱਕ ਤਾਂ ਟੈਕਸ ਪੇ ਕਰ ਰਿਹਾ ਹੈ, ਉਹ ਤਾਂ ਇਹੀ ਸੋਚਦਾ ਹੈਗਾ ਕਿ ਸਾਡੇ ਉੱਪਰ ਹੀ ਹਰ ਜਗ੍ਹਾ ਬਰਡਨ ਆਉਂਦਾ ਹੈ। ਮੈਂ ਹਰ ਸਾਲ ਟੈਕਸ ਪੇ ਕਰ ਰਿਹਾ, ਅਗਰ ਸਰ ਗਵਰਨਮੈਂਟ ਕੁਝ ਰੂਲ ਨया ਚੇਂਜ ਕਰ ਦੇ ਜਾਂ ਨਵਾਂ ਕੁਝ ਲੈ ਕੇ ਆ ਜਾਵੇ, ਤਾਂ ਸਾਨੂੰ ਕੀ ਹੈ, ਜਿੰਨੇ ਅਸੀਂ ਬਿਜ਼ਨਸ ਵਾਲੇ ਪਰਸਨਸ ਹੋਵਾਂਗੇ ਸਾਨੂੰ ਉਹ ਲਾਇਸੈਂਸ ਲੈਣਾ ਹੀ ਪੈਂਦਾ ਹੋਊਗਾ। ਉਹ ਲਾਇਸੈਂਸ ਦੇ ਬੇਸ ਤੇ ਸਾਨੂੰ ਕੰਮ ਕਰਨਾ ਪੈਂਦਾ, ਪਲੱਸ ਟੈਕਸ ਦੇਣਾ ਪੈਂਦਾ ਹੈਗਾ। ਤਾਂ ਹਰੇਕ ਪਰਸਨ ਸੋਚਦਾ ਕਿ ਮੈਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਹੈ, ਤਾਂ ਮੈਂ ਛੁਪਾਊਂਗਾ ਟੈਕਸ। ਦੂਸਰਾ, ਟੈਕਸ ਸਟਰਕਚਰ। ਗਵਰਨਮੈਂਟ ਨੇ ਜੋ ਟੈਕਸ ਦੇ ਰੇਟ ਰੱਖੇ ਹੋਏ ਨੇ, ਇਹ ਵੀ ਬਹੁਤ ਜ਼ਿਆਦਾ ਹੈਗੇ ਨੇ, ਚਾਹੇ ਜਿਹੜੇ ਮਰਜ਼ੀ ਬੇਸ ਤੇ ਲੈ ਲਓ। ਹੁਣ ਜਿਵੇਂ ਐਗਜ਼ਾਮਪਲ ਆਪਾਂ ਬਿਜ਼ਨਸ ਦੇ ਲਈ ਫਲੈਟ 30% ਰੇਟ ਹੈ। ਅਗਰ ਇਨਕਮ 1 ਕਰੋੜ ਤੋਂ ਜ਼ਿਆਦਾ ਹੋ ਜਾ ਰਹੀ ਹੈ, 12% ਸਰਚਾਰਜ ਅਲੱਗ ਤੋਂ ਹੈ ਔਰ 4% ਐਡੀਸ਼ਨਲ ਐਜੂਕੇਸ਼ਨ ਸੈਸ ਹੈ, ਤਾਂ ਕੋਈ ਵੀ ਬਿਜ਼ਨਸ ਥੋੜਾ ਜਿਹਾ ਹੀ ਪ੍ਰੋਫਿਟ ਦਿਖਾਉਣ ਦੀ ਕੋਸ਼ਿਸ਼ ਕਰਦੇ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇਨਕਮ ਵੀ ਜਨਰੇਟ ਕਰਨੀ ਹੈ, ਪਲੱਸ ਸਾਡੇ ਨਾਲ ਇੰਨੇ ਬੰਦੇ ਜੁੜੇ ਹੋਏ ਨੇ, ਉਹਨਾਂ ਨੂੰ ਵੀ ਪੈਸਾ ਦੇਣਾ ਹੈਗਾ, ਤੇ ਸਾਨੂੰ ਉਹਦੇ ਚ ਬਿਜ਼ਨਸ ਚੋਂ ਕੀ ਫਾਇਦਾ ਹੁੰਦਾ? ਹਰੇਕ ਕੰਪਨੀ ਟੈਕਸ ਇਵੇਜ਼ਨ ਕਰਦੀ ਹੈ। ਦੂਸਰਾ, ਡੋਨੇਸ਼ਨ ਟੂ ਪੋਲੀਟੀਕਲ ਪਾਰਟੀਜ਼। ਜਿੰਨੀਆਂ ਵੀ ਬਿਜ਼ਨਸ ਦੇ ਵਿੱਚ ਬਿਜ਼ਨਸ ਕਰਦੀਆਂ ਕੰਪਨੀਜ਼, ਇਹ ਹਮੇਸ਼ਾ ਉਹਨਾਂ ਲਈ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਡੋਨੇਸ਼ਨ ਪੋਲੀਟੀਕਲ ਪਾਰਟੀ ਨੂੰ ਦੇਣਾ ਪੈਂਦਾ ਹੈ। ਜਦ ਪੋਲੀਟੀਕਲ ਪਾਰਟੀ ਨੂੰ ਡੋਨੇਸ਼ਨ ਵੀ ਦੇ ਰਹੇ ਆ, ਫਿਰ ਟੈਕਸ ਦੇਣਾ ਇੱਕ ਉਹਨਾਂ ਦੇ ਉੱਪਰ ਬਰਡਨ ਨਹੀਂ ਹੁੰਦਾ ਕੰਪਨੀਜ਼ ਲਈ। ਬਿਜ਼ਨਸ ਦੇ ਵਿੱਚ ਹਮੇਸ਼ਾ ਜ਼ਰੂਰੀ ਹੁੰਦਾ, ਜਿੰਨੇ ਵਧੀਆ ਬਿਜ਼ਨਸ ਚੱਲ ਰਹੇ ਹੋਣਗੇ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਡੋਨੇਸ਼ਨ ਦੀ ਐਂਟਰੀ ਦਿਖਾਣੀਆਂ ਹੁੰਦੀਆਂ ਨੇ, ਕੋਈ ਨਾ ਕੋਈ ਚੀਜ਼ ਉਹਨਾਂ ਨੇ ਅਡਾਪਟ ਕੀਤੀ ਹੁੰਦੀ ਹੈ, ਪਲੱਸ ਉੱਥੇ ਉਹ ਪੈਸਾ ਜ਼ਰੂਰ ਦਿਖਾਉਂਦੇ ਨੇ। ਫਿਰ ਹਰ ਇੱਕ ਬਿਜ਼ਨਸ ਇਹੀ ਸੋਚ ਕੇ ਚੱਲਦਾ ਹੈਗਾ ਕਿ ਜਦੋਂ ਅਸੀਂ ਪੈਸੇ ਪੇ ਕਰ ਰਹੇ ਹਾਂ, ਡੋਨੇਸ਼ਨ ਵੀ ਕਰ ਰਹੇ ਹਾਂ, ਵੀ ਗਵਰਨਮੈਂਟ ਕੀ ਕਰੂਗੀ, ਫਿਰ ਅਸੀਂ ਗਵਰਨਮੈਂਟ ਨੂੰ ਟੈਕਸ ਕਿਉਂ ਵੀ ਕਰੀਏ? ਇਹ ਵੀ ਇੱਕ ਰੀਜ਼ਨ ਹੋ ਜਾਂਦਾ ਹੈ ਟੈਕਸ ਇਵੇਜ਼ਨ ਦਾ। ਇਨਐਫੀਸ਼ੀਐਂਟ ਇਨਫੋਰਸਮੈਂਟ ਆਫ ਟੈਕਸ ਲਾਅ। ਜਿਹੜੇ ਟੈਕਸ ਦੇ ਰੂਲਸ ਬਣੇ ਹੋਏ ਨੇ ਜਾਂ ਕਾਨੂੰਨ ਬਣੇ ਹੋਏ ਨੇ, ਇਹਨਾਂ ਦੀ ਇਨਫੋਰਸਮੈਂਟ ਵੀ ਮੀਨਸ ਪ੍ਰੋਪਰ ਤਰੀਕੇ ਨਾਲ ਅਪਲਾਈ ਨਹੀਂ ਹੈਗੇ। ਜਿਹੜੇ ਬੰਦੇ ਨੂੰ ਫਾਈਂਡ ਕਰਨ ਦੀ ਲੋੜ ਹੈ, ਉਹ ਫਾਈਂਡ ਹੁੰਦੇ ਹੀ ਨਹੀਂ। ਬਹੁਤ ਸਾਰੇ ਪਰਸਨਸ ਇਦਾਂ ਨੇ, ਬਹੁਤ ਵਧੀਆ ਉਹਨਾਂ ਦੇ ਬਿਜ਼ਨਸ ਚੱਲ ਰਹੇ ਹੈਗੇ ਨੇ, ਲੇਕਿਨ ਉਹ ਟੈਕਸ ਪੇ ਕਰਦੇ ਹੀ ਨਹੀਂ। ਉਹ ਕੀ ਕਰਦੇ ਨੇ, ਆਪਣੇ ਨਾਮ ਤੋਂ ਮੀਨਸ ਆਪਣੇ ਘਰ ਦੇ ਵਿੱਚ ਸਭ ਦੇ ਨਾਮ ਤੇ ਚਲਾਈ ਜਾਣੇ, ਜਾਂ ਆਪਣੇ ਫੈਮਿਲੀ ਮੈਂਬਰ ਦੇ ਨਾਮ ਤੇ ਵੀ ਬਿਜ਼ਨਸ ਕਰੀ ਜਾਣਾ। एग्जाम्पल ऐसे ही जिਵੇਂ ਕੋਈ ਵੀ ਸੇਲ ਟੈਕਸ ਪੇ ਕਰ ਰਿਹਾ, ਚਾਹੇ ਕੋਈ ਇੰਡੀਵਿਜੂਅਲ ਬੇਸ ਤੇ ਟੈਕਸ ਕਰ ਰਿਹਾ, ਚਾਹੇ ਕੰਪਨੀ ਬੇਸ ਤੇ ਪੇ ਕਰ ਰਿਹਾ, ਜਿਹੜੇ ਪਰਸਨ ਦਾ ਟੈਕਸ ਪੇ ਕਰ ਰਹੇ ਨੇ ਬਰਡਨ ਉਹਨਾਂ ਦੇ ਉੱਪਰ ਹੈ। ਗਵਰਨਮੈਂਟ ਫਿਰ ਦੂਸਰੇ ਪਰਸਨ ਨੂੰ ਫਾਈਂਡ ਨਹੀਂ ਕਰ ਰਹੀ, ਜਿਨ੍ਹਾਂ ਪਰਸਨ ਦਾ ਬਿਜ਼ਨਸ ਪ੍ਰੋਪਰ ਤਰੀਕੇ ਚੱਲ ਰਿਹਾ ਉਹਨਾਂ ਨੂੰ ਫਾਈਂਡ ਨਹੀਂ ਕਰੇ ਜਾ ਰਹੇ। ਜਿਹੜੇ ਪਰਸਨ 2 ਨੰਬਰ ਦਾ ਕੰਮ ਕਰ ਰਹੇ ਨੇ ਉਹ ਈਜ਼ੀਲੀ ਬੇਸ ਨਾ ਕਰਦੇ ਚਲੇ ਜਾ ਰਹੇ ਨੇ। ਬਰਡਨ ਸਿਰਫ ਸਿੰਗਲ ਪਰਸਨ ਤੇ ਜ਼ਿਆਦਾ ਜਿਹੜੇ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰ ਰਹੇ ਨੇ ਆਪਣੇ ਰਿਕਾਰਡਸ ਨੂੰ। ਫਿਰ ਉਹ ਬੰਦੇ ਆਪਣੇ ਆਪ ਹੀ ਸੋਚਣਗੇ ਕਿ ਸਾਨੂੰ ਟੈਕਸ ਦੀ ਇਵੇਜ਼ਨ ਕਰਨੀ ਜ਼ਰੂਰੀ ਹੈ। ਜਨਰੇਸ਼ਨ ਆਫ ਬਲੈਕ ਮਨੀ ਇਨ ਪਬਲਿਕ ਸੈਕਟਰ। ਪਬਲਿਕ ਸੈਕਟਰ ਦੇ ਵਿੱਚ ਜ਼ਿਆਦਾਤਰ ਕਹਿੰਦਾ ਬਲੈਕ ਮਨੀ ਨਿਕਲ ਕੇ ਆ ਰਹੀ ਹੈ ਕਿ ਖੁਦ ਹੀ ਬਿਜ਼ਨਸ ਆਪਾਂ ਦੇਖਿਆ ਵਿੱਚ ਜਿਵੇਂ GST ਆਈ ਸੀ ਜਾਂ ਨੋਟਬੰਦੀ ਹੋਈ ਸੀ, ਕਿੰਨਾ ਪੈਸਾ ਨਿਕਲਿਆ ਸੀਗਾ, ਉਹ ਬਲੈਕ ਮਨੀ ਦਾ ਹੀ ਪੈਸਾ ਸੀਗਾ। ਕਿਉਂਕਿ ਹਰੇਕ ਬਿਜ਼ਨਸ ਵਾਲੇ ਫਿਰ ਪੈਸਾ ਮਾਰਕੀਟ ਦੇ ਵਿੱਚ ਇਦਾਂ ਉਤਾਰ ਦਿੰਦੇ ਨੇ ਵੀ ਸਾਨੂੰ ਤਾਂ ਸਾਡੇ ਕੋਲ ਤਾਂ ਪੈਸਾ ਹੈ ਹੀ ਨਹੀਂ ਆਪਣਾ। ਮੈਨੇ ਐਗਜ਼ਾਮਪਲ ਲਈ ਵੀ ਆਪਣੇ ਪੈਸੇ ਨੂੰ ਵਾਈਟ ਕਰਨ ਲਈ ਲੋਕਾਂ ਦੇ ਨਾਮ ਤੇ ਟ੍ਰਾਂਸਫਰ ਕਰ ਦੇਣਾ, ਉਹ ਬਾਅਦ ਵਿੱਚ ਵਾਈਟ ਹੋ ਜਾਣਾ ਵੀ ਉਹਨਾਂ ਦਾ ਪੈਸਾ ਹੈ। ਤਾਂ ਇਦਾਂ ਦੀ ਬਹੁਤ ਸਾਰੀ ਕੰਡੀਸ਼ਨਸ ਆਉਂਦੀਆਂ ਨੇ ਜਿਸ ਬੇਸ ਤੇ ਕਹਿੰਦਾ ਟੈਕਸ ਇਵੇਜ਼ਨ ਹੋ ਜਾਂਦੀਆਂ ਨੇ। ਸੀਲਿੰਗ ਔਨ ਡੈਪਰੀਸ਼ੀਏਸ਼ਨ ਅਦਰ ਬਿਜ਼ਨਸ ਐਕਸਪੈਂਸਿਵ। ਸਾਡੇ ਕਹਿੰਦਾ ਜਿਹੜੀਆਂ ਡੈਪਰੀਸ਼ੀਏਸ਼ਨ ਦੀਆਂ ਸੀਲਿੰਗਸ ਮੀਨਸ ਜੋ ਰੇਟ ਰੱਖੇ ਹੋਏ ਨੇ ਗਵਰਨਮੈਂਟ ਨੇ ਸੈਟਅਪ ਹੀ ਕੀਤੇ ਹੋਏ ਨੇ, ਕਿਹੜੀ ਚੀਜ਼ ਦੇ ਉੱਪਰ ਕਿੰਨੇ %, ਜਿਵੇਂ ਫਰਨੀਚਰ ਹੈ 10% ਹੈ, ਕੋਈ CCTV ਕੈਮਰੇ ਉਹਨਾਂ ਦੇ ਉੱਪਰ 15% ਹੈ। ਮੀਨਸ ਅਲੱਗ-ਅਲੱਗ ਗੁੱਡਸ ਦੇ ਉੱਪਰ ਅਲੱਗ-ਅਲੱਗ ਰੇਟ ਜੋ ਹੈ ਇਨਕਮ ਟੈਕਸ ਦੇ ਅਕੋਰਡਿੰਗ ਡੈਪਰੀਸ਼ੀਏਸ਼ਨ ਦੇ ਵਿੱਚ ਸੈਟਅਪ ਨੇ। ਬਹੁਤ ਸਾਰੇ ਬਿਜ਼ਨਸ ਵਿੱਚ ਕੀ ਕਰਦੇ ਨੇ, ਕੁਝ ਖਰਚਿਆਂ ਨੂੰ ਜਾਣ ਕੇ ਹੀ ਦਿਖਾ ਦਿੰਦੇ ਨੇ ਵੀ ਸਾਡੀਆਂ ਐਸੈਟਸ ਨੇ। ਬਹੁਤ ਸਾਰੇ ਖਰਚੇ ਇਦਾਂ ਦੇ ਵੀ ਕਰ ਲੈਂਦੇ ਨੇ ਬਿਜ਼ਨਸ ਵਾਲੇ। ਕੋਈ ਚੀਜ਼ ਲਈ, ਫੋਨ ਵਗੈਰਾ ਮੰਨ ਲਿਆ, ਉਹਨਾਂ ਨੂੰ ਦਿਖਾ ਦੇਣਗੇ ਸਾਡੀ ਐਸੈਟਸ ਹੈ, ਉਹਨਾਂ ਦੇ ਉੱਪਰ ਜਾਣਬੁੱਝ ਕੇ ਡੈਪਰੀਸ਼ੀਏਸ਼ਨ ਲਗਾਣੀ। ਤਾਂ ਉਹਦਾ ਮਤਲਬ ਕੀ ਹੁੰਦਾ ਵੀ ਟੈਕਸ ਦੀ ਇਵੇਜ਼ਨ ਹੀ ਹੈ। ਜਦੋਂ ਤੁਹਾਡੀ ਡੈਪਰੀਸ਼ੀਏਸ਼ਨ ਉੱਥੇ ਮਤਲਬ ਤੁਹਾਡਾ ਖਰਚਾ ਸੀਗਾ, ਤੁਸੀਂ ਉਹਨੂੰ ਆਪਣੀ ਐਸੈਟ ਦਿਖਾਤੀ, ਚੱਲੀ ਜਾਣ ਦੋ, ਹਰ ਸਾਲ ਉਹਦੇ ਵਿੱਚ ਡੈਪਰੀਸ਼ੀਏਸ਼ਨ ਲੱਗੀ ਜਾਊਗੀ। ਜਾਂ ਡੈਪਰੀਸ਼ੀਏਸ਼ਨ ਦੇ ਰੇਟ ਅਸੀਂ ਜਾਣ ਕੇ
ਚੀਜ਼ ਹੀ ਕੁਝ ਹੋਰ ਦਿਖਾ ਦਿੰਦੇ ਆ ਵੀ ਜਿਹਦੇ ਉੱਪਰ ਜ਼ਿਆਦਾ ਡੈਪਰੀਸ਼ੀਏਸ਼ਨ ਲੱਗਦੀ ਹੈਗੀ ਹੈ, ਅਸੀਂ ਲੈ ਕੇ ਕੁਝ ਫਰਨੀਚਰ ਦੀ ਜਗ੍ਹਾ ਲੈ ਕੇ ਕੁਝ ਹੋਰ ਅਸੀਂ ਫਰਨੀਚਰ ਦਿਖਾਤਾ ਵੀ ਉਹ ਤਾਂ ਜ਼ਿਆਦਾ ਲੱਗਦਾ ਹੈ, ਤਾਂ ਉਹ ਚੀਜ਼ ਹਮੇਸ਼ਾ ਬਿਜ਼ਨਸ ਵਾਲੇ ਕਰਦੇ ਰਹਿੰਦੇ ਹਨ। ਅਨਸਰਪਲਸ ਚੈਰੀਟੇਬਲ ਟਰਸਟ ਐਂਡ ਸੋਸਾਇਟੀ ਟੈਕਸ ਇਵੇਜ਼ਨਸ, ਸਾਡੇ ਕੋਲ ਕਈ ਵਾਰ ਕਹਿੰਦੇ ਇਦਾਂ ਦੀਆਂ ਅਸੀਂ ਸੁਸਾਇਟੀਆਂ ਦਿਖਾ ਦਿੰਦੇ ਆ ਜਾਂ ਟਰਸਟ ਵਗੈਰਾ ਦਿਖਾ ਦਿੰਦੇ ਆ ਜਿਨ੍ਹਾਂ ਨੇ ਹਮੇਸ਼ਾ ਟੈਕਸ ਪੇ ਕਰਨਾ ਹੀ ਨਹੀਂ ਹੁੰਦਾ, ਕਿਉਂਕਿ ਸੁਸਾਇਟੀਆਂ ਦੇ ਵਿੱਚ ਪੈਸਾ ਜਾਣਾ ਜਾਂ ਟਰਸਟ ਦੇ ਵਿੱਚ ਪੈਸਾ ਜਾਣਾ ਇਹਦੇ ਵਿੱਚ ਕੀ ਟੈਕਸ ਲੱਗਦਾ ਨਹੀਂ ਹੁੰਦਾ। ਤਾਂ ਬਹੁਤ ਸਾਰੇ ਬਿਜ਼ਨਸ ਕੀ ਕਰਦੇ ਨੇ ਅਨਸਰਪਲਸ ਦਿਖਾ ਦਿੰਦੇ ਨੇ, ਅਦਰ ਆਪਣੇ ਬੇਸ ਤੇ ਦਿਖਾ ਦਿੰਦੇ ਨੇ ਵੀ ਆ ਸਾਡੇ ਇੰਟਰਸਟ ਨੇ, ਇਹਦੇ ਨਾਲ ਸਾਡਾ ਕੰਮ ਚੱਲ ਰਿਹਾ ਹੈਗਾ, ਤਾਂ ਉੱਥੇ ਵੀ ਸਾਡੀ ਟੈਕਸ ਇਵੇਜ਼ਨ ਹੋ ਜਾਂਦੀ ਹੈ। ਜਦ ਕਿ ਅਸੀਂ ਉਹਦੇ ਵਿੱਚ ਹੀ ਬਹਿ ਕੇ ਬਿਜ਼ਨਸ ਕੁਝ ਹੋਰ ਵੀ ਕਰੀ ਜਾਂਦੇ ਆ, ਉਹੀਓ ਮੈਂ ਟਰਸਟ ਦੇ ਨਾਮ ਤੇ ਬਿਜ਼ਨਸ ਸ਼ੁਰੂ ਕਰ ਦਿੰਦਾ ਹੁੰਦਾ, ਤਾਂ ਇੱਥੇ ਵੀ ਟੈਕਸ ਇਵੇਜ਼ਨ ਹੋ ਜਾਂਦੀ ਹੈ। ਫੋਰਨ ਬੈਂਕ ਆਰ ਹੈਵਨ ਫॉर द ਟੈਕਸ ਇਵੇਡਰਸ, ਫੋਰਨ ਬੈਂਕ ਕਹਿੰਦਾ ਹਮੇਸ਼ਾ ਜਿਵੇਂ ਬਹੁਤ ਸਾਰੇ ਲੋਕਾਂ ਦਾ ਪੈਸਾ ਜਿਵੇਂ ਬਾਹਰ ਬਹੁਤ ਜ਼ਿਆਦਾ ਜਮਾ ਹੈਗਾ, ਜਦੋਂ ਹਰ ਵਾਰੀ ਕੋਈ ਗਵਰਨਮੈਂਟ ਆਉਂਦੀ ਤਾਂ ਕਹਿੰਦੇ ਮੈਂ ਕੱਲ ਤੁਹਾਨੂੰ ਵਾਪਿਸ ਲਿਆਣਾ, ਲੋਕ ਕੀ ਕਰਦੇ ਨੇ ਆਪਣਾ ਪੈਸਾ ਬਾਹਰ ਹੀ ਭੇਜੀ ਜਾਂਦੇ ਜਾ ਰਹੇ। ਅਗਰ ਇੱਥੇ ਪੈਸਾ ਪ੍ਰੋਪਰ ਤਰੀਕੇ ਨਾਲ ਸ਼ੋਅ ਕਰਨ ਤਾਂ ਟੈਕਸ ਇਵੇਜ਼ਨ ਨਹੀਂ ਹੋਊਗੀ, ਲੇਕਿਨ ਇੱਥੇ ਸ਼ੋਅ ਹੀ ਨਹੀਂ ਕਰਦਾ ਬੰਦਾ। ਅੱਜ ਦੇ ਟਾਈਮ ਜੋ ਐਗਜ਼ਾਮਪਲ ਹੁਣ ਜਿਵੇਂ ਆਪਾਂ ਅੱਜ ਦੇ ਟਾਈਮ ਲਈ ਹਰੇਕ ਮੋਸਟਲੀ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਜਿਵੇਂ ਬਾਹਰ ਭੇਜ ਰਹੇ ਨੇ, ਤਾਂ ਉਹਨਾਂ ਪੈਸਾ ਇੰਡੀਆ ਤੋਂ ਬਾਹਰ ਹੀ ਜਾ ਰਿਹਾ ਹੈਗਾ, ਤਾਂ ਉਹਦਾ ਟੈਕਸ ਗਵਰਨਮੈਂਟ ਨੂੰ ਤਾਂ ਮਿਲਣਾ ਨਹੀਂ ਹੈ ਕਿਉਂਕਿ ਟੈਕਸ ਤਾਂ ਬਾਹਰ ਹੀ ਚਲਿਆ। ਲੇਕਿਨ ਹੁਣ ਗਵਰਨਮੈਂਟ ਨੇ ਸੈਟਅਪ ਕੀਤਾ ਹੈ ਅਗਰ 5 ਲੱਖ ਤੋਂ ਥੋੜੀ ਜ਼ਿਆਦਾ ਫੀਸ ਹੋਊਗੀ ਤਾਂ ਤੁਹਾਨੂੰ 5% ਗਵਰਨਮੈਂਟ ਨੂੰ ਪੇ ਕਰਨਾ ਪੈਣਾ ਟੈਕਸ, ਤਾਂ ਉਹਦੇ ਵਿੱਚ ਵੀ ਕੁਝ ਨਾ ਕੋਈ ਲੋਕਾਂ ਨੂੰ ਰੂਲ ਲੱਭ ਲੈਣੇ ਨੇ ਵੀ ਆਪਣੇ ਫੈਮਿਲੀ ਮੈਂਬਰ ਦੇ ਨਾਮ ਤੇ ਭੇਜੋ, ਆਦੀ ਪੈਸੇ ਇਹਦੇ ਭੇਜ ਦੇ, ਅੱਧਾ ਪੈਸਾ ਦੂਸਰਾ ਬੰਦਾ ਭੇਜ ਦੇਵੇ। ਤਾਂ ਮੀਨਸ ਜਦੋਂ ਕੋਈ ਰੂਲ ਬਣਦਾ ਹੈ ਤਾਂ ਪਲੱਸ ਉਹਨੂੰ ਪਹਿਲਾਂ ਤੋੜਨ ਵਾਲਾ ਮੀਨਸ ਉਹਦਾ ਤੋੜ ਕੱਢਣ ਵਾਲਾ ਪਹਿਲਾਂ ਤੋਂ ਹੀ ਕੋਈ ਪਰਸਨ ਬੈਠਾ ਹੈਗਾ, ਟੈਕਸ ਇਵੇਜ਼ਨ ਆਪਣੇ ਆਪ ਹੀ ਹੋ ਜਾਂਦੀ ਹੈ। ਪ੍ਰੋਹਿਬਿਟਡ ਟ੍ਰੇਡ, ਕਾਫੀ ਚੀਜ਼ਾਂ ਇਦਾਂ ਦੀਆਂ ਵੀ ਹੈਗੀਆਂ ਜਿਨ੍ਹਾਂ ਦੇ ਉੱਪਰ ਕਹਿੰਦਾ ਗਵਰਨਮੈਂਟ ਨੇ ਖੁਦ ਹੀ ਰੂਲਸ ਲਗਾਏ ਹੋਏ ਨੇ ਜਾਂ ਲੀਗਲ ਐਕਟੀਵਿਟੀਜ਼ ਲਗਾਈਆਂ ਹੋਈਆਂ ਜਿਹਨਾਂ ਵਿੱਚ ਤੁਸੀਂ ਵਪਾਰ ਨਹੀਂ ਕਰ ਸਕਦੇ। ਐਗਜ਼ਾਮਪਲ ਸਮਗਲਿੰਗ ਆਫ ਗੋਲਡ, ਡਾਇਮੰਡ, ਨਿਊਮਰਸ ਲਕਸਿਸ ਪ੍ਰੋਡਕਟਸ, ਡਰਗ ਟ੍ਰੈਫਿਕਿੰਗ ਲੀਡਸ ਟੂ ਟੈਕਸ ਇਵੇਜ਼ਨ। ਇਹ ਜਿਹੜੇ ਸਾਮਾਨ ਨੇ ਗਵਰਨਮੈਂਟ ਨੇ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਨੇ, ਲੇਕਿਨ ਲੋਕ ਫਿਰ ਵੀ ਇਹਦਾ ਬਿਜ਼ਨਸ ਕਰ ਲੈਂਦੇ ਹੈਗੇ ਨੇ 2 ਨੰਬਰ ਦੇ ਵੀ ਜਾ ਕੇ, ਟੈਕਸ ਆਪਣੇ ਆਪ ਹੀ ਛੁਪ ਗਿਆ ਕਿਉਂਕਿ ਜਿਹੜੀਆਂ ਲਗਜ਼ਰੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਉੱਪਰ ਟੈਕਸ ਜ਼ਿਆਦਾ ਹੁੰਦਾ ਹੈ ਹਮੇਸ਼ਾ। ਲੇਕਿਨ ਗਵਰਨਮੈਂਟ ਨੇ ਰੂਲ ਸੈਟਅਪ ਇਹਦੇ ਉੱਪਰ ਕਿਤੇ ਤੁਸੀਂ ਇਹ ਬਿਜ਼ਨਸ ਇਦਾਂ ਪ੍ਰੋਪਰ ਆਪਣੀ ਗਵਰਨਮੈਂਟ ਕਹਿੰਦੇ ਵੀ ਆਪਣੀ ਮਨਮਰਜ਼ੀ ਨਾਲ ਨਹੀਂ ਕਰ ਸਕਦੇ ਤੁਸੀਂ, ਲੇਕਿਨ ਲੋਕ ਕਰਦੇ ਜਿੰਨੇ ਵੀ, ਤਾਂ ਇਹਨਾਂ ਦਾ तो जितने प्रकार के कहता जितनी भी लग्जरी गुड्स होंगी तो वो उसमें टैक्स हमेशा ही चोरी जरूर होती है। मीन क्योंकि कई गोल्ड दी चैन वगैरह लियांदे ने गे बिल दिखा इतना ही ਹੁੰਦਾ ਬਿੱਲ ਵਗੈਰਾ ਕੁਝ ਨਹੀਂ ਹੁੰਦੇ, ਕੁਝ ਜਿਵੇਂ ਮਰਜ਼ੀ ਪਾ ਕੇ ਆਉਂਦੇ ਆ ਉਹਨੂੰ ਨਹੀਂ, ਜਿਹੜੀ ਦੂਜੇ ਲੋਟ ਲਿਆਉਂਦੇ ਆ ਉਹ ਤੇ ਲਾ ਦਿੰਦੇ। ਹਾਂਜੀ। ਉਸ ਤੋਂ ਬਾਅਦ ਹੈਗਾ ਇੰਪੈਕਟ ਆਫ ਟੈਕਸ ਇਵੇਜ਼ਨ। ਜਿਹੜਾ ਟੈਕਸ ਇਵੇਜ਼ਨ ਅਸੀਂ ਕਰਦੇ ਆ ਉਹਦਾ ਇੰਪੈਕਟ ਕੀ ਹੋਊਗਾ, ਮੀਨਸ ਪ੍ਰਭਾਵ ਕੀ ਪੈਂਦਾ ਹੈਗਾ। ਸਭ ਤੋਂ ਪਹਿਲਾਂ ਕੰਟਰੀ ਇਕਨੋਮਿਕ ਗਰੋਥ, ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਟੈਕਸ ਇਵੇਜ਼ਨ ਹੋਊਗੀ ਤਾਂ ਉਸ ਕੰਟਰੀ ਦੀ ਗਰੋਥ ਜੋ ਹੈ ਬਹੁਤ ਘੱਟ ਹੁੰਦੀ ਹੈ। ਰੀਜ਼ਨ ਕੀ ਹੁੰਦਾ ਹੈ, ਗਵਰਨਮੈਂਟ ਕੋਲ ਪੈਸਾ ਜਾਂਦਾ ਨਹੀਂ ਹੈਗਾ, ਗਵਰਨਮੈਂਟ ਪ੍ਰੋਪਰ ਤਰੀਕੇ ਨਾਲ ਪਲੈਨਿੰਗ ਨਹੀਂ ਕਰ ਪਾਉਂਦੀ, ਗਵਰਨਮੈਂਟ ਨੂੰ ਬਲਕਿ ਆਪਣਾ ਬਜਟ ਜੋ ਹੈ ਡੈਫੀਸ਼ੀਟ ਦਿਖਾਣਾ ਪੈਂਦਾ, ਫਿਰ ਹਰ ਵਾਰ ਖਰਚੇ ਜ਼ਿਆਦਾ ਇਨਕਮ ਘੱਟ, ਫਿਰ ਉਹ ਕੀ ਲੋਨ ਦੇ ਚੱਲਦੀਆਂ ਨੇ ਕੰਟਰੀ 'ਚ। ਕਦੀ ਆਪਣੇ ਆਰਬੀ ਜਿਵੇਂ ਬੈਂਕਸ ਹੁੰਦੇ ਨੇ ਜਿਹੜਾ ਉਹਨਾਂ ਦਾ ਸੈਂਟਰਲ ਬੈਂਕ ਹੁੰਦਾ ਉਥੋਂ ਲੋਨ ਲੈਣਗੇ ਜਾਂ ਫਿਰ ਅਦਰ ਕੰਟਰੀਜ਼ ਤੋਂ ਲੋਨ ਲਏ ਹੁੰਦੇ ਨੇ। ਇਹ ਹਮੇਸ਼ਾ ਹਰ ਇੱਕ ਕੰਟਰੀ ਦੇ ਉੱਪਰ ਇਹਦਾ ਪ੍ਰਭਾਵ ਪੈਂਦਾ ਹੈ। ਲੋਕ ਹਰ ਚੀਜ਼ ਬਚਾਉਣ ਦੇ ਬਾਰੇ ਸੋਚਦੇ ਨੇ। ਇੰਡੀਆ ਦੇ ਵਿੱਚ ਵੀ ਬਹੁਤ ਇਦਾਂ ਦੇ ਬੜੇ ਨੇ ਵੀ ਹਰ ਜਗ੍ਹਾ ਅਸੀਂ ਕੀ ਹੈ ਫਿਰ ਮੰਗਣਾ ਸਾਰਾ ਕੁਝ ਗਵਰਨਮੈਂਟ ਤੋਂ ਹੈ, ਗਵਰਨਮੈਂਟ ਨੇ ਸਾਨੂੰ ਆਹ ਨਹੀਂ ਦਿੱਤਾ, ਗਵਰਨਮੈਂਟ ਕਿੱਥੋਂ ਦਊਗੀ ਜਦੋਂ ਗਵਰਨਮੈਂਟ ਕੋਲ ਕੋਈ ਇਨਕਮ ਨਹੀਂ ਜਾਊਗੀ। ਜਦ ਤੱਕ ਅਸੀਂ ਪੈਸੇ ਨਹੀਂ ਦੇਵਾਂਗੇ ਗਵਰਨਮੈਂਟ ਨੂੰ, ਗਵਰਨਮੈਂਟ ਕਰਦੀ ਨਹੀਂ ਤਾਂ ਹੀ ਤਾਂ ਲੋਕੀ ਬਚਾਉਂਦੇ ਆ। ਮੋਦੀ ਆਪੇ ਕਰੀ, ਹੁਣ ਜੇ ਗਵਰਨਮੈਂਟ ਕਰਦੀ ਹੁੰਦੀ ਫਿਰ ਲੋਕੀ ਨਾ। ਪਤਾ ਕੀ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ, ਜਿਵੇਂ ਜਿਵੇਂ ਅਸੀਂ ਕਿਤੇ ਫਾਈਂਡ ਕਰ ਲਾਂਗੇ ਕੋਈ ਹਰੇਕ ਬੰਦੇ ਦੀ ਆਪਣੀ ਸੋਚ ਹੋਊਗੀ। ਲੇਕਿਨ ਜਦੋਂ ਤੁਸੀਂ ਇੱਕ ਪ੍ਰੋਪਰ ਤਰੀਕੇ ਨਾਲ ਜੇ ਕੋਈ ਬੰਦੇ ਨੇ ਸਟੱਡੀ ਕਰੀ ਹੋਊਗੀ, ਜੋ ਇਕਨੋਮਿਕਸ ਮੈਨ ਪਰਸਨਸ ਹੋਣਗੇ ਜਾਂ ਜਿਹੜੇ ਬੈਠੇ ਹੋਣਗੇ ਜਾਂ ਕਿਤੇ ਫੈਮਿਲੀ ਮੈਂਬਰ ਨਾਲ ਪੋਲੀਟਿਕਸ ਜਿਹੜਾ ਬੰਦੇ ਨੂੰ ਪ੍ਰੋਪਰ ਰਿਕਾਰਡ ਦਾ ਪਤਾ ਹੋਊਗਾ, ਉੱਥੋਂ ਹੀ ਆਪਾਂ ਕਰ ਸਕਦੇ ਹਾਂ। ਅਸੀਂ ਘਰ ਬਹਿ ਕੇ ਰੂਲ ਨਹੀਂ ਬਣਾ ਸਕਦੇ। ਗਵਰਨਮੈਂਟ ਲਈ ਕੋਈ ਖਰਚਾ ਥੋੜੀ ਹੁੰਦਾ ਵੀ ਇੱਕੋ ਹੀ ਖਰਚਾ ਕਰ ਰਹੀ ਗਵਰਨਮੈਂਟ ਨੇ, ਕਈ ਜਗ੍ਹਾ ਕਾਫੀ ਖਰਚੇ ਕਰਨੇ ਹੁੰਦੇ ਨੇ, ਕਾਫੀ ਜਗ੍ਹਾ ਦੀ ਪਲੈਨਿੰਗ ਹੁੰਦੀ ਹੈ। ਏਦਾਂ ਨਹੀਂ ਹੁੰਦਾ ਵੀ ਗਵਰਨਮੈਂਟ ਖਰਚਾ ਨਹੀਂ ਕਰਦੀ, ਐਵੇਂ ਤਾਂ ਫਿਰ ਸਾਰਾ ਪੈਸਾ ਹੀ ਗਵਰਨਮੈਂਟ ਖਾਈ ਜਾਊਗੀ, ਏਦਾਂ ਨਹੀਂ ਹੁੰਦਾ। ਗਵਰਨਮੈਂਟ ਖਰਚਾ ਵੀ ਕਰਦੀ ਹੈ, ਹਾਂ ਕਾਫੀ ਬਰਡਨ ਆਪਾਂ ਇਹ ਵੀ ਨਹੀਂ ਕਹਿ ਸਕਦੇ ਗਵਰਨਮੈਂਟ ਨਹੀਂ ਕਰਦੀ। ਗਵਰਨਮੈਂਟ ਦੇ ਆਪਣੇ ਖਰਚੇ ਵੀ ਬਹੁਤ ਜ਼ਿਆਦਾ ਹੁੰਦੇ ਨੇ, ਉਹਨਾਂ ਦੇ ਲਗਜ਼ਰੀ ਐਕਸਪੈਂਸ ਵੀ ਬਹੁਤ ਜ਼ਿਆਦਾ ਹੁੰਦੇ ਨੇ। ਉਹਦੇ ਵਿੱਚ ਵੀ ਕੁਝ ਨਹੀਂ ਹੈਗਾ। ਪਹਿਲਾਂ ਸਾਰੇ ਕਿਸਾਨਾਂ ਦੀ ਖੁਦ ਦੀ ਆਪਣੀ ਡਿਮਾਂਡ ਸੀ ਵੀ ਸਾਡੀ ਫਸਲ ਜੋ ਹੈ ਬਾਹਰ ਸੇਲ ਹੋਣੀ ਚਾਹੀਦੀ ਹੈ, ਐਮਐਸਪੀ ਨਾ ਖਤਮ ਹੋਵੇ। ਜਦੋਂ ਉਹ ਚੀਜ਼ ਮੰਨੀ ਬੈਠੇ ਫਿਰ ਵੀ ਤਰਨ ਲੱਗੇ ਹੋਏ ਨੇ। ਸੋ ਜਿਹੜੇ ਲੋਕ ਹੁੰਦੇ ਨੇ ਕਦੀ ਵੀ ਇੱਕ ਜਗ੍ਹਾ ਤੇ ਸੰਤੁਸ਼ਟ ਨਹੀਂ ਹੁੰਦੀ, ਚਾਹੇ ਮੈਂ ਆਪਣੇ ਲੈਵਲ ਤੇ ਲਗਾਉਂਗਾ ਨਾ, ਮੈਂ ਆਪਣੇ ਲੈਵਲ ਤੇ ਲਗਾਉਂਗਾ, ਚਾਹੇ ਤੁਸੀਂ ਆਪਣੇ ਲੈਵਲ ਤੇ, ਇਹ ਕਦੀ ਨਹੀਂ ਹੁੰਦਾ। ਤਾਂ ਹਰੇਕ ਦੀ ਡਿਮਾਂਡ ਜੋ ਹੈ ਇਨਕਰੀਜ਼ ਹੁੰਦੀ ਚਲੀ ਜਾਂਦੀ ਹੈਗੀ ਨੇ। ਸਭ ਚੀਜ਼ ਪੂਰੀ ਹੋ ਜਾਊਗੀ ਇਦਾਂ ਤਾਂ ਨਹੀਂ ਹੁੰਦਾ। ਹੁਣ ਅਸੀਂ ਆਪਣੀ ਫੈਮਿਲੀ 'ਚ ਨੋਰਮਲ ਦੇਖ ਲਈਏ, ਸਾਡੀ ਜਿੰਨੀ ਇਨਕਮ ਹੋਊਗੀ ਮੈਂ ਬਹੁਤ ਕੁਝ ਸੋਚਿਆ ਹੋਊਗਾ, ਲੇਕਿਨ ਮੈਂ ਪੂਰਾ ਕੰਪਲੀਟ ਨਹੀਂ ਕਰ ਪਾਉਂਦਾ। ਤਾਂ ਸਾਨੂੰ ਥੋੜਾ ਜਿਹਾ ਸਬਰ ਕਰਨਾ ਪੈਂਦਾ, ਟਾਈਮ ਕੁਝ ਨਾ ਕੁਝ ਬੈਟਰ ਲੈ ਕੇ ਹੀ ਆਉਂਦਾ ਹੁੰਦਾ, ਥੋੜਾ ਜਿਹਾ ਵੇਟ ਕਰਨੀ ਪੈਂਦੀ ਹੁੰਦੀ ਹੈ, ਏਦਾਂ ਨਹੀਂ ਹੁੰਦਾ। ਇਹ ਮੈਂ ਕਿਸੇ ਗਵਰਨਮੈਂਟ ਦੇ ਪੱਖ ਦੇ ਵਿੱਚ ਜਾਂ ਨਹੀਂ ਕਹਿ ਰਿਹਾ, ਜਾਂ ਮੈਂ ਆਪਣੇ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਹੈਗਾ, ਠੀਕ ਹੈ। ਤਾਂ ਜ਼ਰੂਰੀ ਹੁੰਦਾ ਵੀ ਅਸੀਂ ਏਦਾਂ ਕਹੀਏ, ਹਮੇਸ਼ਾ
ਪ੍ਰਭਾਵ ਜ਼ਰੂਰ ਪਊਗਾ ਜਿਹੜੀ ਕੰਟਰੀ ਦੇ ਵਿੱਚ ਟੈਕਸ ਇਵੇਜ਼ਨ ਜ਼ਿਆਦਾ ਹੋਊਗੀ, ਉੱਥੇ ਇਕਨੋਮਿਕ ਡਿਵੈਲਪਮੈਂਟ। ਬਾਹਰ ਦੀ ਕੰਟਰੀ ਡਿਵੈਲਪ ਕਿਉਂ ਨੇ? ਉੱਥੇ ਇਵੇਜ਼ਨ ਨਹੀਂ ਹੈ, ਹਰ ਇੱਕ ਬੰਦਾ ਟੈਕਸ ਪੇ ਕਰਨਾ ਚਾਹੁੰਦਾ, ਪਲੱਸ ਉੱਥੇ ਦੇ ਰੂਲ ਹੀ ਸੈਟਅਪ ਇਦਾਂ ਦੇ ਨੇ। ਇੱਥੇ ਰੂਲ ਥੋੜੇ ਬਰਡਨ ਜ਼ਿਆਦਾ ਨੇ, ਕਿਉਂਕਿ ਸ਼ੁਰੂ ਤੋਂ ਜਿਵੇਂ ਦਾ ਸਿਸਟਮ ਚਲਾਤਾ 70 ਸਾਲ ਤੋਂ ਲੁੱਟਿਆ ਜਾ ਰਿਹਾ ਸੀ ਦੇਸ਼ ਨੂੰ, ਕੋਈ ਰੂਲਸ ਨਹੀਂ ਸੀ ਬੈਟਰ। ਹੁਣ ਜਦੋਂ ਪ੍ਰੋਪਰ ਰੂਲ ਬਣ ਰਹੇ ਨੇ ਤਾਂ ਉਹ ਦਰਦ ਲੱਗਦੇ ਪਏ ਨੇ ਨਾ, ਵੀ ਹੁਣ ਜਿਵੇਂ ਜਿਹੜਾ ਨਾਰਮਲ ਅੱਜ ਦੇ ਟਾਈਮ 'ਚ ਬਿਜ਼ਨਸ ਦੇ ਵਿੱਚ GST ਚੱਲ ਰਹੀ ਹੈ, ਵਧੀਆ ਬਿਜ਼ਨਸ ਵਾਲੇ ਇਹੀ ਕਹਿੰਦੇ ਨੇ ਕਿ ਜਦੋਂ ਦੀ GST ਲੱਗੀ ਹੈ ਪ੍ਰੋਪਰ ਤਰੀਕੇ ਨਾਲ ਬਿਜ਼ਨਸ ਹੋ ਰਹੇ ਨੇ, ਟੈਕਸ ਗਵਰਨਮੈਂਟ ਕੋਲ ਜਾ ਰਹੇ ਨੇ ਨਾ। ਲੇਕਿਨ ਇਹ ਚੀਜ਼ਾਂ ਪਹਿਲਾਂ ਨਹੀਂ ਸੀਗੀਆਂ ਕਿਉਂਕਿ ਟੈਕਸ ਇਵੇਜ਼ਨ ਜ਼ਿਆਦਾ ਸੀ। ਸੋ ਜਿੱਦਾਂ ਹੁਣ ਵੱਡੀਆਂ ਕੰਪਨੀਆਂ GST ਪੇ ਕਰਦੀਆਂ ਨੇ, ਫਿਰ ਗਵਰਨਮੈਂਟ ਵੀ ਉਹਨਾਂ ਨੂੰ ਫਾਇਦਾ ਉਨਾ ਹੀ ਜ਼ਿਆਦਾ ਹੁੰਦਾ ਹੈਗਾ, ਲੇਕਿਨ ਜਦੋਂ ਤੱਕ ਪ੍ਰੋਪਰ ਚੀਜ਼ ਨਹੀਂ ਹੋਊਗੀ ਉੱਥੇ ਨੁਕਸਾਨ ਨਹੀਂ ਹੁੰਦਾ ਹੈਗਾ। ਉਸ ਤੋਂ ਬਾਅਦ ਇਨਕਰੀਜ਼ ਦੀ ਇਨਫਲੇਸ਼ਨ, ਜਿੰਨੀ ਟੈਕਸ ਇਵੇਜ਼ਨ ਹੋਊਗੀ ਉਨੀ ਹੀ ਜ਼ਿਆਦਾ ਕੀਮਤਾਂ ਵਧਣਗੀਆਂ। ਇਨਫਲੇਸ਼ਨ ਆਉਣ ਦਾ ਕਾਰਨ ਕੀ ਹੁੰਦਾ ਹੈ? ਗਵਰਨਮੈਂਟ ਕੋਲ ਪੈਸਾ ਨਹੀਂ ਜਾਂਦਾ ਕਿਤੇ ਪਾਸੋਂ, ਜਿਹੜੇ ਪਰਸਨ ਕੋਲ ਸਮਾਨ ਪਏ ਹੁੰਦੇ ਨੇ ਉਹ ਆਪਣੇ ਸਟੋਰ ਕਰਨਾ ਸਟਾਰਟ ਕਰਦੇ ਨੇ, ਬਾਅਦ ਦੇ ਵਿੱਚ ਆਪਣੀ ਮਨਮਰਜ਼ੀ ਨਾਲ ਰੇਟ ਵੱਧ ਜਾਂਦੇ ਨੇ। ਰੀਜ਼ਨ ਕੀ ਹੁੰਦਾ ਕਿ ਜਦੋਂ ਮੰਨ ਲਓ ਐਗਜ਼ਾਮਪਲ ਕੋਈ ਪ੍ਰੋਡਕਸ਼ਨ ਹੋਈ ਨਹੀਂ, ਇਨਫਲੇਸ਼ਨ ਆ ਜਾਂਦੀ ਹੈ, ਗਵਰਨਮੈਂਟ ਕੋਲ ਪੈਸਾ ਹੁੰਦਾ ਨਹੀਂ, ਗਵਰਨਮੈਂਟ ਸਬਸਿਡੀ ਕਿੱਥੋਂ ਦੇਵੇ? ਗਵਰਨਮੈਂਟ ਨੇ ਜਦੋਂ ਕਿਤੇ ਸਬਸਿਡੀ ਦੇਣੀ ਹੈ ਤਾਂ ਗਵਰਨਮੈਂਟ ਨੂੰ ਆਪਣੀ ਜੇਬ ਚੋਂ ਦੇਣੀ ਪੈਂਦੀ ਹੈ ਉਹ ਪੈਸੇ, ਤਾਂ ਉਹਦਾ ਰੀਜ਼ਨ ਇਹ ਹੁੰਦਾ ਕਿ ਇਨਫਲੇਸ਼ਨ ਹੁੰਦੀ ਜਦੋਂ ਗਵਰਨਮੈਂਟ ਪੇ ਨਹੀਂ ਕਰ ਪਾਉਂਦੀ ਹੈਗੀ। ਡਿਫਿਕਲਟੀ ਇਨ ਫਾਰਮੇਸ਼ਨ ਆਫ ਮੋਨੇਟਰੀ ਐਂਡ ਫਿਸਕਲ ਪਾਲਿਸੀ, ਆਪਣੀ ਕੰਟਰੀ ਦੇ ਵਿੱਚ ਮੋਨੇਟਰੀ ਪਾਲਿਸੀ ਲਗਾਣੀ ਹੋਵੇ ਜਾਂ ਫਿਸਕਲ ਪਾਲਿਸੀ ਇੰਪਲੀਮੈਂਟ ਕਰਨੀ ਹੋਵੇ, ਇਹਦੀ ਡਿਫਿਕਲਟੀ ਵੀ ਗਵਰਨਮੈਂਟ ਨੂੰ ਹੁੰਦੀ ਹੈ। ਮੋਨੇਟਰੀ ਪਾਲਿਸੀ ਇਨਫਲੇਸ਼ਨ ਨੂੰ ਕੰਟਰੋਲ ਕਰਦੀ ਹੈਗੀ ਹੈ, ਮੀਨਸ ਪੈਸਾ ਕਿੱਥੋਂ ਜਨਰੇਟ ਕਰੀਏ। ਦੂਸਰਾ ਫਿਸਕਲ ਪਾਲਿਸੀ ਐਕਸਪੈਂਸਿਵ ਔਰ ਇਨਕਮ ਨਾਲ ਡੀਲ ਕਰਦੇ ਹੈ, ਮੀਨਸ ਗਵਰਨਮੈਂਟ ਜਿੰਨੇ ਖਰਚੇ ਸੈਟਅਪ ਕਰਕੇ ਬੈਠੀ ਹੁੰਦੀ ਹੈ ਬਜਟ ਦੇ ਵਿੱਚ, ਫਿਰ ਉਹ ਖਰਚੇ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਪਾਉਂਦੀ। ਡਿਕਰੀਜ਼ਿੰਗ ਰੇਟ ਆਫ ਇਨਵੈਸਟਮੈਂਟ ਇਨ ਇੰਡੀਆ, ਜਦੋਂ ਤੁਹਾਡੇ ਕੋਲ ਕਹਿੰਦਾ ਟੈਕਸ ਇਵੇਜ਼ਨ ਹੋਊਗੀ, ਲੋਕ ਆਪਣਾ ਪੈਸਾ ਜਮਾ ਨਹੀਂ ਕਰਦੇ, ਇਨਵੈਸਟਮੈਂਟ ਨਹੀਂ ਕਰਦੇ, ਫਿਰ ਕੀ ਆਪਣੇ ਘਰਾਂ ਦੇ ਵਿੱਚ ਹੀ ਸੇਵਿੰਗ ਕਰਨਾ ਸਟਾਰਟ ਕਰ ਦਿੰਦੇ ਨੇ। ਫਿਰ ਗਵਰਨਮੈਂਟ ਨੂੰ ਜ਼ਬਰਦਸਤੀ ਕੁਝ ਨਾ ਕੁਝ ਕਰਨਾ ਪੈਂਦਾ, ਜਿਵੇਂ ਕਿ ਨੋਟਬੰਦੀ ਹੋਈ ਸੀਗੀ, ਫਿਰ ਪੈਸਾ ਘਟਾਉਣ ਲਈ। ਟੈਕਸ ਇਵੇਜ਼ਨ ਕਾਜ਼ਸ ਡਿਕਰੀਜ਼ ਇਨ ਕੁਆਲਿਟੀ ਆਫ ਪਬਲਿਕ ਗੁੱਡਸ ਐਂਡ ਸਰਵਿਸਿਜ਼, ਜਦੋਂ ਟੈਕਸ ਇਵੇਜ਼ਨ ਹੋਊਗੀ ਤਾਂ ਜਿੰਨੀਆਂ ਪਬਲਿਕ ਲਈ ਗੁੱਡਸ ਆਉਣਗੀਆਂ ਉਹਨਾਂ ਦੀ ਕੁਆਲਿਟੀ ਡਾਊਨ ਹੋ ਜਾਂਦੀ ਹੈ, ਕਿਉਂਕਿ ਗਵਰਨਮੈਂਟਸ ਆਪਣੇ ਵੱਲੋਂ ਫੈਸਿਲਿਟੀਜ਼ ਨਹੀਂ ਦਿੰਦੀ, ਗਵਰਨਮੈਂਟ ਫਿਰ ਰੂਲਸ ਐਂਡ ਰੈਗੂਲੇਸ਼ਨ ਕਿੱਥੋਂ ਕਰੂਗੀ? ਇਹਦੇ ਵਿੱਚ ਰੀਜ਼ਨ ਇਹੀ ਹੋ ਜਾਂਦੇ ਆ। ਰੁਪਏ ਡੈਪਰੀਸ਼ੀਏਸ਼ਨ, ਜਿੱਥੇ ਜਿੱਥੇ ਟੈਕਸ ਇਵੇਜ਼ਨ ਹੋਊਗੀ ਉੱਥੇ ਉੱਥੇ ਪੈਸੇ ਦੀ ਵੈਲਿਊ ਡਿਕਰੀਜ਼ ਹੁੰਦੀ ਹੈ। ਸਾਡੀ ਕੰਟਰੀ ਦੀ ਪੈਸੇ ਦੀ ਵੈਲਿਊ ਅਦਰ ਕੰਟਰੀਜ਼ ਨਾਲ ਡਿਕਰੀਜ਼ ਕਿਉਂ ਨੇ? ਉਹਦਾ ਰੀਜ਼ਨ ਇਹੀ ਹੈ ਕਿ ਸਾਡੇ ਕੋਲ ਆਪਣਾ ਪੈਸਾ ਪ੍ਰੋਪਰ ਤਰੀਕੇ ਨਾਲ ਮਾਰਕੀਟ 'ਚ ਰਨ ਨਹੀਂ ਕਰਦਾ। ਹਰ ਇੱਕ ਬੰਦਾ ਆਪਣੇ ਕੋਲ ਆਪਣਾ ਪੈਸਾ ਸੇਵ ਕਰਕੇ ਰੱਖਣਾ ਜ਼ਿਆਦਾ ਸਮਝਦਾ ਹੈ। ਜੇ ਇਹੀ ਤੁਹਾਡਾ ਪੈਸਾ ਕਹਿੰਦਾ ਮਾਰਕੀਟ ਦੇ ਜਿਵੇਂ ਬੈਂਕਾਂ ਦੇ ਵਿੱਚ ਪਿਆ ਹੋਵੇ, ਜਾਂ ਤੁਸੀਂ ਜਿਵੇਂ ਕੋਈ ਇੰਸ਼ੋਰੈਂਸ ਦੇ ਵੀ ਸੈਕਟਰ 'ਚ ਲਗਾਇਆ ਹੋਇਆ ਹੈ, ਸਿਰਫ ਆਪਣੇ ਘਰਾਂ ਦੇ ਵਿੱਚ ਗੱਦੇ ਬਣਾ ਕੇ ਰੱਖਣ ਨਾਲ ਜਾਂ ਤਿਜੋਰੀਆਂ ਬਣਾ ਕੇ ਰੱਖਣ ਨਾਲ ਪੈਸਾ ਕਦੀ ਵੱਧਦਾ ਨਹੀਂ ਹੈ, ਤਾਂ ਉਹਦਾ ਬਰਡਨ ਨਹੀਂ ਹੁੰਦਾ ਕਿ ਸਾਡੀ ਵੈਲਿਊ ਜੋ ਹੈ ਡਿਕਰੀਜ਼ ਹੁੰਦੀ ਹੈ, ਕਿਉਂਕਿ ਗਵਰਨਮੈਂਟ ਕੋਲ ਆਪਣਾ ਪੈਸਾ ਦਿਖਾਉਣ ਲਈ ਹੁੰਦਾ ਹੀ ਨਹੀਂ, ਜਿੱਥੇ ਪੇ ਕਰਨੀ ਹੁੰਦਾ ਨਹੀਂ, ਫਿਰ ਉਹ ਟੈਕਸ ਇਵੇਜ਼ਨ ਤੋਂ ਮਤਲਬ ਬਣ ਜਾਂਦੇ। ਫਾਰਮੇਸ਼ਨ ਆਫ ਪੈਰਲਲ ਇਕਨੋਮੀ ਇੱਕੋ ਜਿਹਾ ਚਲਾ ਕੇ ਚੱਲਣਾ, ਇਹਦੇ ਵਿੱਚ ਵੀ ਪ੍ਰੋਬਲਮਸ ਆਉਂਦੀਆਂ ਨੇ। ਅਸੀਂ ਕਿ ਗਵਰਨਮੈਂਟ ਕਹੇ ਵੀ ਹਰ ਜਗ੍ਹਾ ਹਰ ਵਾਰ ਮੈਂ ਇੱਕੋ ਜਿਹੀ ਇਕਨੋਮੀ ਬਣਾ ਕੇ ਰੱਖੂੰ, ਜਿਵੇਂ ਐਗਜ਼ਾਮਪਲ ਨੋਟਬੰਦੀ ਹੋਈ, ਲੋਕਡਾਊਨ ਹੋਇਆ, ਲੋਕਡਾਊਨ ਹੋਣ ਨਾਲ ਸਾਡੀ ਜਿਹੜੀ GDP ਸੀ ਬਿਲਕੁਲ ਡਾਊਨ ਆ ਗਈ। ਅਗਰ ਗਵਰਨਮੈਂਟ ਕੋਲ ਪ੍ਰੋਪਰ ਪੈਸਾ ਹੁੰਦਾ, ਲੋਕਾਂ ਦਾ ਸਾਂਭਿਆ ਹੋਇਆ ਨਾ ਹੁੰਦਾ, ਮਾਰਕੀਟ ਦੇ ਵਿੱਚ ਪਿਆ ਹੁੰਦਾ, ਤਾਂ ਜ਼ਿਆਦਾ ਕੰਟਰੀ ਨੂੰ ਇਫੈਕਟ ਨਹੀਂ ਪੈਂਦਾ, ਫਿਰ ਨਾਲ ਦੀ ਕੰਟਰੀ ਥੋੜਾ ਬਹੁਤ ਰਨ ਕਰਦੀ ਰਹਿੰਦੀ। ਲੇਕਿਨ ਇੱਕੋ ਲੱਗਦੀ ਲੋਕਡਾਊਨ ਆਉਣਾ, ਉਹਦਾ ਰੀਜ਼ਨ ਕੀ ਹੁੰਦਾ ਵੀ ਸਾਡੀ ਕੰਟਰੀ ਦੇ ਵਿੱਚ ਪੈਸੇ ਦੀ ਪ੍ਰੋਪਰ ਪਲੈਨਿੰਗ ਹੀ ਨਹੀਂ ਹੈ, ਲੋਕ ਜੋ ਮਾਰਕੀਟ 'ਚ ਨਹੀਂ ਲਗਾਉਂਦੇ ਹੈਗੇ, ਉਹਦਾ ਰੀਜ਼ਨ ਸੇ ਨਿਕਲਦੇ ਹੈ। ਇੰਪੈਕਟ ਆਫ ਇੰਡੀਆ ਰੈਪੂਟੇਸ਼ਨ, ਜਦੋਂ ਵੀ ਟੈਕਸ ਇਵੇਜ਼ਨ ਹੋਊਗੀ ਤਾਂ ਇੰਡੀਆ ਦੀ ਰੈਪੂਟੇਸ਼ਨ ਦੇ ਉੱਪਰ ਇੰਪੈਕਟ ਹਮੇਸ਼ਾ ਪੈਂਦਾ ਹੈ। ਅਦਰ ਕੰਟਰੀਜ਼ ਵੀ ਇਹੀ ਚੀਜ਼ਾਂ ਚੈੱਕ ਕਰਦੀਆਂ ਹੁੰਦੀਆਂ ਨੇ ਤੇ ਇਹਦੇ ਰੈਪੂਟੇਸ਼ਨ ਉੱਪਰ ਹਮੇਸ਼ਾ ਫਰਕ ਪਊਗਾ। ਅਗਰ ਇਵੇਜ਼ਨ ਨੂੰ ਦੂਰ ਕਰਨਾ ਹੈ ਤਾਂ ਕਿਹੜੀਆਂ ਰੈਮੀਡੀਜ਼ ਨੇ, ਮੀਨਸ ਅਸੀਂ ਕਿਸ ਪ੍ਰਕਾਰ ਨਾਲ ਓਵਰਕਮ ਆ ਸਕਦੇ ਹਾਂ ਵੀ ਟੈਕਸ ਇਵੇਜ਼ਨ ਦੂਰ ਕਰ ਸਕਦੇ ਹਾਂ। ਪਹਿਲਾ, ਰਿਡਿਊਸਿੰਗ ਟੈਕਸ ਰੇਟ, ਜਿਹੜੇ ਟੈਕਸ ਰੇਟ ਰੱਖੇ ਹੋਏ ਨੇ ਗਵਰਨਮੈਂਟ ਨੇ, ਅਗਰ ਉਹ ਘਟਾ ਲਏ ਜਾਣ ਤਾਂ ਕਹਿੰਦਾ ਟੈਕਸ ਇਵੇਜ਼ਨ ਮੇ ਵੀ ਸ਼ਾਇਦ ਘਟ ਜਾਵੇ, ਹਰੇਕ ਬੰਦਾ ਸੋਚੇ ਵੀ ਮੈਂ ਟੈਕਸ ਪੇ ਕਰ ਦੇਣਾ। ਦੂਸਰਾ, ਸਟਰੋਂਗ ਸਰਵੇਲੈਂਸ ਸਿਸਟਮ, ਜਿਹੜਾ ਸਰਵੇਲੈਂਸ ਸਿਸਟਮ ਮੀਨਸ ਚੈੱਕਅਪ ਸਿਸਟਮ ਹੈਗਾ ਵੀ ਜਿਹੜੇ ਅੱਗੇ ਮੀਨਸ ਗਵਰਨਮੈਂਟ ਨੇ ਬੰਦੇ ਰੱਖੇ ਹੋਏ ਨੇ, ਅਗਰ ਉਹ ਰੂਲਸ ਵਧੀਆ ਸੈਟਅਪ ਕਰ ਦੇਣ, ਪ੍ਰੋਪਰ ਤਰੀਕੇ ਹਰੇਕ ਬੰਦੇ ਨੂੰ ਫਾਈਂਡ ਕਰਨ, ਜਿਹੜਾ ਬੰਦਾ ਛੁਪਾ ਰਿਹਾ ਹੈਗਾ, ਪਲੱਸ ਜਿਨ੍ਹਾਂ ਦਾ ਟੈਕਸ ਬਣਦਾ ਉਹ ਵੀ ਫਾਈਂਡ ਕਰ ਲਏ ਜਾਣ, ਤਾਂ ਮੇ ਬੀ ਟੈਕਸ ਇਵੇਜ਼ਨ ਘਟ ਸਕਦੇ। ਸਿੰਪਲੀਫਾਈ ਟੈਕਸ ਲਾਅ ਐਂਡ ਫਿਲਿੰਗ ਮਿਸਲਿੰਗ, ਸਿੰਪਲ ਤਰੀਕਾ ਹੋਰ ਔਰ ਫਿਲਿੰਗ ਸਿਸਟਮ ਹੋਵੇ, ਕਹਿੰਦਾ ਬੰਦੇ ਨੂੰ ਕਿਤੇ ਜਾ ਕੇ ਫੀਸ ਪੇ ਕਰਨ ਦੀ ਲੋੜ ਹੀ ਨਾ ਹੋਵੇ, ਆਪਣਾ ਘਰ ਬੈਠਾ ਖੁਦ ਹੀ ਬੰਦਾ ਕਹਿੰਦਾ ਟੈਕਸ ਪੇ ਕਰੀ ਜਾਵੇ। ਅਗਰ ਇਦਾਂ ਦਾ ਸਿਸਟਮ ਆ ਜੇ ਤਾਂ ਥੋੜੀ ਇਵੇਜ਼ਨ ਦੂਰ ਹੋ ਸਕਦੀ ਹੈ। ਡਿਸਕਲੋਜ਼ਰ ਆਫ ਆਲ ਗਵਰਨਮੈਂਟ EMPLOYEES ਐਸੈਟਸ, ਜਿੰਨੇ ਵੀ ਗਵਰਨਮੈਂਟ ਦੇ EMPLOYEES ਨੇ ਉਹਨਾਂ ਦੀਆਂ ਐਸੈਟਸ ਪ੍ਰੋਪਰ ਤਰੀਕੇ ਨਾਲ ਦਿਖਾ ਦਿੱਤੀਆਂ ਜਾਣ ਤਾਂ ਕਹਿੰਦਾ ਟੈਕਸ ਇਵੇਜ਼ਨ ਰੁਕ ਜਾਊਗੀ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਜਿਹੜੇ ਗਵਰਨਮੈਂਟ ਦੇ ਵਿੱਚ EMPLOYEES ਹੁੰਦੇ ਨੇ ਉਹਨਾਂ ਕੋਲ ਪੂੰਜੀ ਬਹੁਤ ਜ਼ਿਆਦਾ ਹੁੰਦੀ ਹੈ, ਉਹ ਆਪਣੀ ਐਸੈਟਸ ਨਹੀਂ ਦਿਖਾਉਂਦੇ, ਫਿਰ ਦੂਸਰੇ ਲੋਕਾਂ ਨੂੰ ਹੁੰਦਾ ਵੀ ਉਹਨਾਂ ਦਾ ਛੂਟ ਮਿਲੀ ਨਹੀਂ, ਸਾਨੂੰ ਕੀ ਲੋੜ ਪਈ ਹੈਗੀ ਟੈਕਸ ਮਿਲਣੀ। ਅਗਰ ਇਹ ਪ੍ਰੋਪਰ ਤਰੀਕੇ ਨਾਲ ਡਿਸਕਲੋਜ਼ ਹੋਣ ਤਾਂ ਕਹਿੰਦਾ ਟੈਕਸ ਇਵੇਜ਼ਨ ਨਹੀਂ ਹੋਊਗੀ।
ट्रांसपेरेंसी इन गवर्नमेंट एक्सपेंसिव, गवर्नमेंट जिन्ने भी खर्चे करती है अगर ਉਹਦੇ ਵਿੱਚ ट्रांसपेरेंसी ਹੋਵੇ, ट्रांसपेरेंसी मीनस गवर्नमेंट पब्लिक ਨੂੰ ਦਿਖਾ ਕੇ ਹੀ ਕਰੇ ਸਾਰਾ ਕੁਝ ਵੀ ਅਸੀਂ ਆ ਖਰਚੇ ਕਰ ਰਹੇ ਹਾਂ, ਸਾਨੂੰ ਇੰਨੀ ਇਨਕਮ ਹੋਈ ਸੀ ਤਾਂ ਟੈਕਸ ਇਵੇਜ਼ਨ ਨਹੀਂ ਹੋਈ। ਫਿਰ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਵੀ ਹਾਂ ਸਾਨੂੰ ਪੈਸੇ ਦੇਣ ਦੀ ਲੋੜ ਹੈ ਗਵਰਨमेंट ਨੂੰ। शुरू तो बताते ही हैं सर। इशू ऑफ स्पेशल बॉन्ड्स बाय द गवर्नमेंट, अगर गवर्नमेंट मार्केट ਦੇ स्पेशल बॉन्ड भी इशू करे ਜਿਹੜੇ इन्वेस्टमेंट ਚ होंगे, मीन्स बताते तो हैं लेकिन वो क्या है टोटल अमाउंट्स में बता देते हैं। फिर आगे जो बंदे होते हैं, जैसे मान लीजिए आप गवर्नमेंट में हैं, जब इसके पास पैसा पहुंचने तो पहुंचते पहुंचते पैसा बहुत कम हो जाता है, बीच में बंदे जो खाते हैं वो चीज को बोलते हैं कि इसमें पूरी ट्रांसपेरेंसी होनी चाहिए। जिस बंदे को जो अमाउंट इश्यू हुई थी डायरेक्ट वो अमाउंट उसके पास पहुंच गई, और जो बंदे ने पैसा आगे लगाया उसके पास भी उसका पूरा रिकॉर्ड होना चाहिए। ये नहीं है कि बस इतनी सी गली बनाई उसका करोड़ रुपए लग गए, ऐसा नहीं होना चाहिए। ब्रिंगिंग स्ट्रॉन्ग करप्शन लॉ, साडी इकोनॉमी ਦੇ ਵਿੱਚ स्ट्रॉन्ग करप्शन लॉ बनना चाहिए। मीनस ਜਿਹੜੇ ਪਰਸਨਸ ਬਲੈਕ ਮਨੀ ਵਗੈਰਾ ਕਰਦੇ हैं ਜਾਂ ਕੁਝ ਵੀ ਕਰਦੇ हैं ਉਹਨਾਂ ਨੂੰ ਡਿਟੈਕਟ ਕਰਕੇ ਪਹਿਲਾਂ ਤੋਂ ਹੀ ਪਨਿਸ਼ਮੈਂਟਸ ਹੋ ਜਾਣੀ ਚਾਹੀਦੀਆਂ ਹੈਗੀਆਂ ਨੇ। ਇਹ ਵੇਟ ਨਹੀਂ ਕਰਨ ਦੀ ਲੋੜ ਹੈ ਕਿ ਵੀ ਜਿਹੜਾ ਬੰਦਾ ਪੈਸਾ ਲੈ ਕੇ ਚਲਾ ਗਿਆ ਬਾਅਦ ਚ ਉਹਦੇ ਪਰ ਕੇਸ ਚਲਾਈਏ, ਇਦਾਂ ਦਾ ਨਹੀਂ ਹੋਣਾ ਚਾਹੀਦਾ। ਅਗਰ ਇਹ ਰੂਲ ਕਰਕੇ ਤਾਂ ਲੋਕਾਂ ਨੂੰ ਮੀਨਸ ਜ਼ਿਆਦਾਤਰ ਉਹ ਮਿਲਦੀ ਛੂਟ ਵੀ ਕੋਈ ਗੱਲ ਨਹੀਂ ਕੇਸ ਹੀ ਚੱਲਨੇ ਆ, ਚੱਲੀ ਜਾਣ ਦੋ। ਆਪਣੇ ਇੱਥੇ ਬਹੁਤ ਜ਼ਿਆਦਾ ਕੇਸ ਕਿਉਂ ਚੱਲਦੇ ਨੇ, ਉਹਦਾ ਰੀਜ਼ਨ ਇਹੀ ਹੈ ਕਿ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹੀ ਹੁੰਦਾ ਹੈ कि केस ही चलने हैं, डर नहीं है। कोई भी बंदा चाहे टैक्स इवेडिंग करनी है चाहे कोई भी जुर्म करना है डरता नहीं है, क्योंकि हर एक बंदे ने पता जाता है पैसे नाल काम चल जाएगा ਜਾਂ ਫਿਰ ਅਸੀਂ ਜੇਲ ਨਹੀਂ ਹੋਗੀ। ਜੇਲ ਉਹਨਾਂ ਨੂੰ ਪਤਾ ਜੇਲ ਹੋਊਗੀ ਤਾਂ ਜੇਲ ਦੇ ਵਿੱਚ ਵੀ ਐਸ਼ ਹੀ ਹੈ ਪੂਰੀ, ਹਰ ਇੱਕ ਬੰਦੇ ਤਾਂ ਸੋਚਦੇ ਨੇ। ਬਾਹਰ ਕੁਝ ਰੂਲ ਲੱਗਦੇ, ਬਾਹਰ ਦਾ ਬੰਦੇ ਨੂੰ ਮਾਰ ਮੂਰ ਵੀ ਦਿੰਦੇ ਨੇ, ਕੱਟ-ਕੁੱਟ ਵੀ ਦਿੰਦੇ ਨੇ। ਉੱਥੇ ਤੇ ਤਾਂ ਹੀ ਲੋਕ ਨਹੀਂ ਕਰਦੇ ਹੈਗੇ, ਇਦਾਂ ਚੋਰੀਆਂ ਵਗੈਰਾ ਹੋ ਗਈਆਂ, ਕੁਝ ਨਹੀਂ ਹੁੰਦੀਆਂ ਉੱਥੇ। ਲੇਕਿਨ ਇੱਥੇ ਰੀਜ਼ਨਸ ਇੱਥੇ ਤਾਂ ਜਿਹੜਾ ਖਣਾ ਚਾਹੇ ਫੋਨ ਖੋ ਕੇ ਭੱਜ ਲੈ। ਬੈਨ ਐਂਡ ਸਰਵੇਲੈਂਸ ਔਨ ਇਲੀਗਲ ਟ੍ਰੇਡ ਐਂਡ ਪ੍ਰੈਕਟਿਸ, ਜਿੰਨੀਆਂ ਇਲੀਗਲ ਸੇਲ ਪ੍ਰੈਕਟਿਸ ਨੇ ਇਹਨਾਂ ਚੀਜ਼ਾਂ ਨੂੰ ਕਹਿੰਦਾ ਬੈਨ ਕਰਨਾ ਜ਼ਰੂਰੀ ਹੈ। ਕਿ ਜਿਹੜੇ ਲੋਕ ਇਲੀਗਲ ਕੰਮ ਕਰਦੇ ਨੇ ਅਗਰ ਉਹ ਬੈਨ ਹੋ ਜਾਣ ਤਾਂ ਫਿਰ ਟੈਕਸ ਇਵੇਜ਼ਨ ਨਹੀਂ ਹੋਗਾ। ਕਿਉਂਕਿ मैंने ਪਹਿਲਾਂ ਕਿਹਾ ਵੀ ਟੈਕਸ ਲੋਕ ਭਰਦੇ ਤਾਂ ਕਿਉਂ ਨਹੀਂ ਭਰਦੇ ਹੈਗੇ, ਉਹਨਾਂ ਨੂੰ ਕਹਿੰਦੇ ਜਿਹੜੇ ਲੋਕ 2 ਨੰਬਰ ਦਾ ਕੰਮ ਕਰੀ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਦੇਖ ਨਹੀਂ ਰਿਹਾ ਹੈਗਾ, ਜਿਹੜੇ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੂੰ ਟੈਕਸ ਪੇ ਕਰਨਾ ਪੈ ਰਿਹਾ, ਤਾਂ ਇਸ ਬੇਸ ਤੇ ਟੈਕਸ ਇਵੇਜ਼ਨ ਹੁੰਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਟੈਕਸ ਅਵੋਇਡੈਂਸ। ਟੈਕਸ ਇਵੇਜ਼ਨ ਜਿਵੇਂ ਸੀਗਾ ਉਹ ਚੋਰੀ ਕਰਨਾ ਸੀਗਾ, ਟੈਕਸ ਅਵੋਇਡੈਂਸ ਹੁੰਦਾ ਵੀ ਅਸੀਂ ਅਵੋਇਡ ਕਰਦੇ ਹਾਂ, ਟੈਕਸ ਨਹੀਂ ਭਰਨਾ ਹੈਗਾ। ਲੀਗਲੀ ਵੇ ਨੋਟ ਟੂ ਟੈਕਸ ਰਿਡਿਊਸ, ਇਹਦਾ ਵੀ ਇੱਕ ਵੇ ਹੁੰਦਾ ਹੈ ਵੀ ਅਸੀਂ ਲੀਗਲੀ ਵੇ ਨਾਲ ਜਦੋਂ ਆਪਣਾ ਟੈਕਸ ਰਿਡਿਊਸ ਕਰਦੇ ਹਾਂ, ਸਾਨੂੰ ਪਤਾ ਹੈ ਵੀ ਇਹਨਾਂ ਐਂਟਰੀਆਂ ਪਾਉਣ ਨਾਲ ਸਾਡਾ ਟੈਕਸ ਰਿਡਿਊਸ ਹੋ ਸਕਦਾ ਹੈ, ਉਹਨੂੰ ਅਸੀਂ ਟੈਕਸ ਅਵੋਇਡੈਂਸ ਕਹਿੰਦੇ ਹੈਗੇ ਆ। ਇਹਨੇ ਲਿਖਿਆ ਵੀ ਹੈ ਇਟ ਇਜ਼ ਲੀਗਲ ਯੂਟੀਲਾਈਜੇਸ਼ਨ ਆਫ ਟੈਕਸ ਰਿਜ਼ਿਮ ਟੂ ਵਨ ਔਨ ਐਨ ਐਡਵਾਂਟੇਜ ਇਨ ਆਰਡਰ ਟੂ ਰਿਡਿਊਸ ਦੀ ਟੈਕਸ ਅਮਾਊਂਟ ਦੈਟ ਇਜ਼ ਪੇਬਲ ਬਾਈ ਮੀਨ ਦੀ ਵਿਦ ਇਨ ਦੀ ਲੋ ਦੇ ਅਕੋਰਡਿੰਗ ਜਿੰਨਾ ਟੈਕਸ ਪੇ ਕਰਨਾ ਚਾਹੁੰਦੇ ਕਹਿੰਦਾ ਸੋ ਅਸੀਂ ਆਪਣਾ ਫਾਇਦਾ ਦੇਖ ਕੇ ਲੀਗਲ ਵੇ ਨਾਲ ਆਪਣੀ ਐਂਟਰੀਆਂ ਬਣਾ ਲੈਣੇ ਹੈਗੇ ਆ, ਆਪਣਾ ਹੁਣ ਟੈਕਸ ਰਿਡਿਊਸ ਕਰ ਲੈਣੇ ਹੈਗੇ ਆ, ਅਸੀਂ ਉਹਨੂੰ ਕਹਿੰਦੇ ਹੈਗੇ ਟੈਕਸ ਅਵੋਇਡੈਂਸ। ਬਹੁਤ ਸਾਰੀ ਫਰਮਸ ਇਸ ਚੀਜ਼ ਨੂੰ ਜ਼ਰੂਰ ਕਰਦੀਆਂ ਹੈਗੀਆਂ, ਕਿਉਂ ਕਰਦੀਆਂ ਹੈਗੀਆਂ ਨੇ, ਉਹਨਾਂ ਨੂੰ ਲੱਗਦਾ ਹੈਗਾ ਕਿ ਟੈਕਸ ਦਾ ਬਰਡਨ ਸਾਡੇ ਉੱਪਰ ਜ਼ਿਆਦਾ ਹੈਗਾ। ਇਹ ਤਾਂ 2 ਨੰਬਰ ਤੁਹਾਨੂੰ ਹਮੇਸ਼ਾ ਪੁੱਛਿਆ ਜਾਊਗਾ ਵੀ ਟੈਕਸ ਅਵੋਇਡੈਂਸ ਕੀ ਹੈਗੀ ਹੈ। ਮੇਨ ਜਿਹੜਾ ਮਕਸਦ ਹੁੰਦਾ ਅਵੋਇਡੈਂਸ ਕਰਨ ਦਾ ਸਾਡੀ ਟੈਕਸ ਦੀ ਲਾਇਬਿਲਿਟੀ ਜੋ ਹੈ ਉਹਨੂੰ ਘੱਟ ਕਰਨਾ, ਇਹ ਹੁੰਦਾ ਮੇਨ ਰੀਜ਼ਨ ਟੈਕਸ ਅਵੋਇਡ ਕਰਨ ਦਾ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ, ਅੱਛਾ ਇਹ ਵੀ ਯਾਦ ਰੱਖ ਲਓ ਵੀ ਟੈਕਸ ਅਵੋਇਡ ਕਿਹੜੇ ਪਰਸਨ ਕਰਨਗੇ, ਜਿਨ੍ਹਾਂ ਪਰਸਨਸ ਕੋਲ ਸਕਿੱਲ ਅਕਾਊਂਟੈਂਟ ਜਾਂ ਚਾਰਟਰਡ ਅਕਾਊਂਟੈਂਟ ਹੁੰਦੇ ਨੇ, ਉਹੀ ਤੁਹਾਨੂੰ ਸਿਰਫ ਅਵੋਇਡੈਂਸ ਕਰਾ ਸਕਦੇ ਨੇ। ਜਿੱਥੇ ਤੁਸੀਂ ਕਹੋ ਮੈਨੇ ਬੈਲੈਂਸ ਸ਼ੀਟ ਬਣਾਈ ਵੀ ਉਹ ਕਹਿੰਦਾ ਇੰਨਾ ਟੈਕਸ ਤੁਹਾਡਾ ਬਣ ਗਿਆ, ਇੰਨਾ ਟੈਕਸ ਅਸੀਂ ਪੇ ਨਹੀਂ ਕਰਨਾ, ਚਲੋ ਕੋਈ ਨਹੀਂ 10 ਮਿੰਟ ਵੇਟ ਕਰੋ, ਉਹਨਾਂ ਨਵੀਂ ਐਂਟਰੀ ਪਾਸ ਕਰ ਦੇਣੀ ਤੁਹਾਡੀਆਂ, ਟੈਕਸ ਕੱਟ ਗਿਆ। ਇਹ ਟੈਕਸ ਅਵੋਇਡੈਂਸ ਹਮੇਸ਼ਾ ਅਸੀਂ ਆਪਣੀ ਸੈਟਿਸਫੈਕਸ਼ਨ ਲਈ ਹੀ ਕਰਦੇ ਹੈਗੇ ਆ ਲੀਗਲ ਵੇਸ ਨਾਲ, ਕਿਉਂਕਿ ਉਹ ਐਂਟਰੀ ਸਾਨੂੰ ਪਤਾ ਹੁੰਦਾ ਵੀ ਅਸੀਂ ਦਿਖਾ ਲਾਂਗੇ ਤਾਂ ਗਵਰਨਮੈਂਟ ਨੇ ਮੰਨ ਲੈਣੀ ਹੈਗੀਆਂ ਨੇ। ਸਾਡੇ ਇੱਥੇ ਪ੍ਰੋਪਰਲੀ ਜਿਹੜੀ ਚੀਜ਼ ਜਿੰਨੇ ਦੀ ਹੈ ਉਹਨੇ ਵੀ ਮੈਂਸ਼ਨ ਕੀਤੀ ਜਾਂਦੀ ਹੈ, ਲੇਕਿਨ ਬਾਅਦ ਦੇ ਵਿੱਚ ਤਾਂ ਘਟਾਈ ਦਿੰਦੇ ਨੇ। ਨਹੀਂ ਉੱਥੇ ਨਾ GST ਵਗੈਰਾ ਸਾਰਾ ਮੇਨ ਉਹ ਨਹੀਂ ਕਰਦੇ ਵੀ ਅਸੀਂ ਭਰਨਾ ਨਹੀਂ ਹੈਗਾ, ਜਿੰਨੀ ਚੀਜ਼ ਉਹ ਤਾਂ ਪਰ ਜੋ ਬੜੀ ਬੜੀ ਕੰਪਨੀ ਉਹਨਾਂ ਨੂੰ ਤਾਂ ਭਾਈ ਵੀ ਕਰਨਾ ਹੀ ਪੈਂਦਾ ਹੁੰਦਾ, ਕਿਉਂਕਿ ਉਹਨਾਂ ਦਾ ਬਿਜ਼ਨਸ ਦੀ ਟਰਨਓਵਰ ਕਿੰਨੀ ਹੁੰਦੀ ਹੈ। ਛੋਟੇ ਛੋਟੇ ਜਿਹੜੇ ਛੋਟੇ ਛੋਟੇ ਫਰਮਸ ਜੋ ਚੱਲਦੀਆਂ ਨਾ ਉਹਨਾਂ ਦੇ ਉੱਪਰ ਬਰਡਨ ਥੋੜਾ ਜ਼ਿਆਦਾ ਹੋ ਜਾਂਦਾ, ਕਿਉਂਕਿ ਉਹਨਾਂ ਦੇ ਖਰਚੇ ਜ਼ਿਆਦਾ ਹੁੰਦੇ ਨੇ, ਤਾਂ ਅਵੋਇਡੈਂਸ ਜ਼ਰੂਰ ਕਰਦੇ ਨੇ। ਜਿਹਨਾਂ ਦਾ ਮਲਟੀ MNC ਲੈਵਲ ਬਿਜ਼ਨਸ ਚੱਲ ਰਿਹਾ ਹੋਊਗਾ ਉਹ ਕੰਪਨੀਜ਼ ਨਹੀਂ ਡੀਲ ਕਰਦੀਆਂ, ਉਹਨਾਂ ਦਾ ਪ੍ਰੋਫਿਟ ਬਹੁਤ ਜ਼ਿਆਦਾ ਲੈਵਲ ਤੇ ਹੁੰਦੇ ਨੇ, ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਆਪਣਾ ਟੈਕਸ ਪੇ ਕਰਦੇ ਨੇ। ਅਸੀਂ ਕਹੀਏ ਵੀ ਸਾਰੀਆਂ ਕੰਪਨੀਜ਼ ਦਾ ਸਾਰੇ ਕੁਝ ਕਰਦੇ ਹੋਣਗੇ, ਨਹੀਂ, ਬਹੁਤ ਸਾਰੇ ਫਰਮਸ ਇਦਾਂ ਦੀਆਂ ਵੀ ਹੈਗੀਆਂ ਜੋ ਬਿਲਕੁਲ ਮੀਨਸ ਅਸੀਂ ਕਹੀਏ ਪ੍ਰੋਪਰ ਪਾਰਦਰਸ਼ਤਾ ਨੰਬਰ ਇਦਾਂ ਦੀਆਂ ਵੀ ਨਹੀਂ ਹੁੰਦੀਆਂ ਨੇ। ਫਿਰ ਹੈਗਾ ਡਬਲ ਟੈਕਸੇਸ਼ਨ। ਡਬਲ ਟੈਕਸੇਸ਼ਨ ਦਾ ਮਤਲਬ ਹੁੰਦਾ ਜਦੋਂ 1 or 2 more ਡਿਡਕਸ਼ਨ ਹੈਵ ਸੇਮ ਡਿਕਲੇਅਰਡ ਇਨ ਐਗਜ਼ਾਮਪਲ, ਤੁਸੀਂ ਕਹਿੰਦਾ ਵੀ ਜਦੋਂ 1-2 ਜਗ੍ਹਾ ਤੇ ਟੈਕਸ ਪੇ ਕਰਦੇ ਨੇ ਐਗਜ਼ਾਮਪਲ, ਉਹਨੂੰ ਕਹਿੰਦੇ ਡਬਲ ਟੈਕਸੇਸ਼ਨ ਕਹਿੰਦੇ ਆ। ਜਿਵੇਂ ਕੋਈ ਪਰਸਨਸ ਹੈ ਬਿਜ਼ਨਸ ਦੇ ਵਿੱਚ ਜਿਹਨੇ ਇਨਕਮ ਹੋਈ ਬਿਜ਼ਨਸ ਦਾ ਟੈਕਸ ਪੇ ਕੀਤਾ, ਫਿਰ ਇੰਡੀਵਿਜੂਅਲ ਬੇਸ ਤੇ ਰਿਟਰਨ ਭਰਤੀ ਉਹਦਾ ਵੀ ਟੈਕਸ ਪੇ ਕਰਤਾ। ਕਈ ਵਾਰ ਸਾਡੇ ਕੋਲ ਡਬਲ ਟੈਕਸੇਸ਼ਨ ਦੀ ਪਾਲਿਸੀ ਆਉਂਦੀ, ਐਗਜ਼ਾਮਪਲ ਲਈ ਵੀ ਹੈਗੀ ਹੈ ਇਨ ਕੇਸ ਆਫ ਇਨਕਮ ਟੈਕਸ, ਐਸੈਟਸ ਇਨ ਕੇਸ ਆਫ ਕੈਪੀਟਲ ਟੈਕਸ।
ਇਨਕਮ ਦਾ ਟੈਕਸ ਵੀ ਭਰਤਾ, ਸਾਡੇ ਕੋਲ ਜਿਹੜੀਆਂ ਐਸੈਟਸ ਨੇ ਉਹਨਾਂ ਦਾ ਸਾਡਾ ਕੈਪੀਟਲ ਟੈਕਸ ਬਣ ਜਾਂਦਾ ਹੈਗਾ, ਉਹ ਸਾਨੂੰ ਟੈਕਸ ਪੇ ਕਰਤਾ। ਇਦਾਂ ਦੀ ਕੰਡੀਸ਼ਨ ਦੇ ਵਿੱਚ ਜਿਹੜਾ ਟੈਕਸ ਪੇ ਕਰਿਆ ਜਾਂਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਹੈਗੇ, ਡਬਲ ਟੈਕਸੇਸ਼ਨ ਪਾਲਿਸੀ। ਐਗਜ਼ਾਮਪਲ ਲਈਏ ਇਫ ए person earn 10 lakh in India, income tax will be go to the Indian government will 3 ਲੱਖ। ਅਗਰ ਕੋਈ ਕਹਿੰਦਾ ਪਰਸਨ ਇੰਡੀਆ ਦੇ ਵਿੱਚ ਹੈਗਾ, ਉਹਦਾ 10 ਲੱਖ ਰੁਪਏ ਬਿਜ਼ਨਸ ਹੈਗਾ ਤਾਂ 3 ਲੱਖ ਰੁਪਏ ਕਹਿੰਦਾ ਤਾਂ ਇਨਕਮ ਟੈਕਸ ਲੱਗਿਆ। ਵੇਅਰ ਦੀ ਫੋਰਨ ਗਵਰਨਮੈਂਟ ਆਲਸੋ ਡਿਮਾਂਡ ਟੈਕਸ ਐਜ਼ ਪਰ ਦੀ ਪ੍ਰੀਵੀਲਿੰਗ ਲਾਜ਼, ਗਵਰਨਮੈਂਟ ਟੈਕਸ ਵੀ ਗਵਰਨਮੈਂਟ ਵੀ ਜਿਹੜੀ ਅਗਰ ਫੋਰਨ ਕੰਟਰੀ ਦੇ ਵਿੱਚ ਵੀ ਮੰਨ ਲਓ ਬਿਜ਼ਨਸ ਨਾਲ ਕਰ ਰਿਹਾ, ਉਹਨੇ ਐਗਜ਼ਾਮਪਲ ਤਾਂ ਪ੍ਰੋਪਰ ਲਿਖੀ ਨਹੀਂ, ਤਾਂ ਫੋਰਨ ਕੰਟਰੀ ਵੀ ਕਹਿੰਦਾ ਉਹਨੂੰ ਟੈਕਸ ਮੰਗੂਗੀ। ਇੰਡੀਅਨ ਪਰਸਨ ਹੈ, ਇੰਡੀਆ ਦੇ ਵਿੱਚ ਉਹਨੂੰ ਇਨਕਮ ਹੋ ਰਹੀ ਹੈ, ਬਿਜ਼ਨਸ ਉਹ ਬਾਹਰ ਕਰ ਰਿਹਾ, ਬਾਹਰ ਵੀ ਟੈਕਸ ਪੇ ਕੀਤਾ ਉਹਨੇ, ਇੰਡੀਆ ਦੇ ਵਿੱਚ ਵੀ ਟੈਕਸ ਕੀਤਾ। ਤਾਂ ਇਦਾਂ ਦੀ ਕੰਡੀਸ਼ਨ ਕੀ ਹੁੰਦਾ, ਬੰਦੇ ਉੱਪਰ ਡਬਲ ਟੈਕਸੇਸ਼ਨ ਦੀ ਪਾਲਿਸੀ ਆ ਜਾਂਦੀ ਹੈਗੀ ਹੈ। ਕਾਫੀ ਪ੍ਰਕਾਰ ਦੇ ਕੋਈ ਪਰਸਨਸ ਇਦਾਂ ਦੇ ਵੀ ਹੈਗੇ ਨੇ, ਰਹਿ ਇੰਡੀਆ 'ਚ ਰਹੇ ਨੇ, ਬਿਜ਼ਨਸ ਬਾਹਰ ਕਰ ਰਹੇ ਨੇ। ਤੇ ਸਰ ਉਹ ਪੇ ਤਾਂ ਕਰਦੇ ਹੀ ਹੋਊਗਾ। ਹਾਂਜੀ, ਦੋਨੋਂ ਜਗ੍ਹਾ ਕਰਨਾ ਪੈਂਦਾ, ਕੋਈ ਰੀਜ਼ਨ ਹੀ ਨਹੀਂ ਬਚਦਾ ਹੁੰਦਾ ਨਾ। ਅਗਰ ਤੁਸੀਂ ਬਾਹਰ ਬਾਹਰੀ ਬਿਜ਼ਨਸ ਕਰ ਰਹੇ ਹੋ ਫਿਰ ਗੱਲ ਅਲੱਗ ਹੋ ਜਾਏਗੀ। ਇੱਥੇ ਰਹਿ ਕੇ ਪੈਸਾ ਇੱਥੇ ਇੱਥੇ ਆ ਰਿਹਾ ਤੁਹਾਡੇ ਕੋਲ, ਬਿਜ਼ਨਸ ਬਾਹਰ ਚੱਲ ਰਿਹਾ, ਫਿਰ ਤੁਹਾਨੂੰ ਦੋਨੋਂ ਜਗ੍ਹਾ ਟੈਕਸ ਪੇ ਕਰਨਾ। ਬਾਹਰਲੀ ਗਵਰਨਮੈਂਟ ਤਾਂ ਨਾਲ ਦੀ ਨਾਲ ਹੀ ਕੱਟਦੇ ਚਲੇ ਜਾਂਦੇ ਹੈਗੇ ਨੇ, ਉਹਨਾਂ ਤਾਂ ਜਿਵੇਂ ਜਿਵੇਂ ਟ੍ਰਾਂਜੈਕਸ਼ਨਸ ਹੁੰਦੀਆਂ ਨਾਲ ਦੇ ਕੱਟ ਹੁੰਦੇ ਨੇ। ਇੱਥੇ ਤਾਂ ਬਾਅਦ ਦੇ ਵਿੱਚ ਕੈਲਕੂਲੇਟ ਕਰੋ ਔਰ ਪੇ ਕਰੋ। ਉਸ ਤੋਂ ਬਾਅਦ ਹੈਗਾ ਡਿਫਰੈਂਸ ਬਿਟਵੀਨ ਟੈਕਸ ਅਵੋਇਡੈਂਸ ਐਂਡ ਟੈਕਸ ਇਵੇਜ਼ਨ। ਇਹਨਾਂ ਦੋਨਾਂ ਦੇ ਵਿੱਚ ਕਿੰਨਾ ਡਿਫਰੈਂਸ ਕੀ ਹੋਊਗਾ, ਅਵੋਇਡੈਂਸ ਔਰ ਇਵੇਜ਼ਨ ਦੇ ਵਿੱਚ? ਇਵੇਜ਼ਨ ਦਾ ਮਤਲਬ ਕੀ ਹੁੰਦਾ ਵੀ ਕੌਣ ਸਾ, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਵੀ ਪ੍ਰੈਕਟੀਕਲ ਬੇਸ ਤੇ ਗੱਲ ਕਰੀਏ, ਟੈਕਸ ਇਵੇਜ਼ਨ ਕੀ ਹੁੰਦੀ ਹੈ ਵੀ ਅਸੀਂ ਚੋਰੀ ਕਰਦੇ ਹਾਂ, ਅਵੋਇਡੈਂਸ ਹੁੰਦੀ ਹੈ ਜਦੋਂ ਅਸੀਂ ਆਪਣੀ ਲੀਗਲ ਵੇ ਨਾਲ ਐਂਟਰੀਆਂ ਪਾਉਂਦੇ ਹੈਗੇ ਆ, ਉਹ ਟੈਕਸ ਨੂੰ ਅਵੋਇਡ ਕਰਦੇ ਹੈਗੇ ਵੀ ਅਸੀਂ ਸੋਚਦੇ ਹਾਂ ਕਿ ਸਾਨੂੰ ਟੈਕਸ ਨਹੀਂ ਭਰਨਾ ਹੈਗਾ। ਇਵੇਜ਼ਨ ਦਾ ਮਤਲਬ ਹੁੰਦਾ ਚੋਰੀ ਹੀ ਕਰਨਾ ਹੁੰਦਾ, ਅਸੀਂ ਟੈਕਸ ਨਹੀਂ ਚੋਰੀ ਕਰਦੇ, ਆਪਣੀ ਐਂਟਰੀਆਂ ਦਿਖਾਉਂਦੇ ਹੀ ਨਹੀਂ, ਇਲੀਗਲ ਵੇ ਨਾਲ ਬਿਜ਼ਨਸ ਜ਼ਿਆਦਾ ਕਰ ਲੈਂਦੇ ਹੈਗੇ, ਉਹ ਟੈਕਸ ਇਵੇਜ਼ਨ ਹੁੰਦੀ ਹੈ। ਅਵੋਇਡੈਂਸ ਹੁੰਦੀ ਹੈ ਲੀਗਲ ਵੇ ਨਾਲ ਜਦੋਂ ਕੰਮ ਕਰਕੇ ਅਸੀਂ ਟੈਕਸ ਨੂੰ ਘਟਾਉਂਦੇ ਹੈਗੇ ਆ, ਉਹ ਸਾਡੀ ਟੈਕਸ ਅਵੋਇਡੈਂਸ ਹੋਊਗੀ। ਠੀਕ ਹੈ, ਦੋਨਾਂ ਦੀ ਡਿਫਰੈਂਸ ਸਿੰਪਲ ਜੀ ਗੱਲ ਤੁਹਾਨੂੰ ਪੁੱਛਿਆ ਜਾਊਗਾ ਤਾਂ 2 ਨੰਬਰ 'ਚ ਹੀ ਕੁਐਸਚਨ ਆਏਗਾ। ਇਵੇਜ਼ਨ ਮਤਲਬ ਚੋਰੀ ਕਰਨਾ, ਤੁਸੀਂ ਇਲੀਗਲ ਟ੍ਰਾਂਜੈਕਸ਼ਨ ਜ਼ਿਆਦਾ ਕਰਦੇ ਹੋ। ਅਵੋਇਡੈਂਸ ਲੀਗਲ ਬੇਸ ਨਾਲ ਕੰਮ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਹੈਗਾ ਟੈਕਸ ਮੈਨੇਜਮੈਂਟ। ਟੈਕਸ ਮੈਨੇਜਮੈਂਟ ਕੀ ਹੁੰਦੀ ਹੈ? ਟੈਕਸ ਮੈਨੇਜਮੈਂਟ ਜੋ ਹੈ ਅਕਾਊਂਟਸ ਦੀ ਮੇਨਟੇਨੈਂਸ ਕਰਦੀ, ਮੀਨਸ ਜੋ ਸਾਡੀ ਟੈਕਸ ਮੈਨੇਜਮੈਂਟ ਕੀ ਗਵਰਨਮੈਂਟ ਜਿਵੇਂ ਡਿਪਾਰਟਮੈਂਟ ਸੈਟਅਪ ਕੀਤਾ ਹੋਇਆ, ਅਸੀਂ ਆਪਣੇ ਰਿਟਰਨ ਕਿੱਦਾਂ ਫਾਈਲ ਕਰਨੀ ਹੈਗੀਆਂ ਨੇ, ਕਿਵੇਂ ਸਾਨੂੰ ਚਲਾਨ ਬਣਾ ਕੇ ਟੈਕਸ ਪੇ ਕਰਨਾ ਹੈਗਾ, ਉਹਨੂੰ ਟੈਕਸ ਮੈਨੇਜਮੈਂਟ ਕਹਿੰਦੇ। ਦੇਖੋ ਲਿਖਿਆ ਰੈਫਰ ਟੂ ਦੀ ਕੰਪਲਾਈਂਸ ਵਿਦ ਦੀ ਸਟੈਚੂਟਰੀ ਪ੍ਰੋਵੀਜ਼ਨਸ ਵਾਈਲ ਟੈਕਸ ਪਲੈਨਿੰਗ ਆਪਸ਼ਨਲ ਟੈਕਸ ਮੈਨੇਜਮੈਂਟ ਇਜ਼ ਆਫ ਲਾ। ਟੈਕਸ ਮੈਨੇਜਮੈਂਟ ਲਾਅ ਦੇ ਅਕੋਰਡਿੰਗ ਬਣੀ ਹੁੰਦੀ ਹੈ। ਇਟ ਇਨਕਲੂਡਸ ਮੇਨਟੇਨੈਂਸ ਆਫ ਅਕਾਊਂਟਸ, filing of returns, payment of tax, deduction of tax at source, payment of advance tax, etc. टैक्स मैनेजमेंट का मतलब की हो गया रिटर्न कितना फिल करनी है, टैक्स कितना पे करना है, किहड़ी डिडक्शन थोड़ी है ने कितना माइनस होनी है ने, किवें तुसीं एडवांस टैक्स पे करना है, ये सारी चीज़ां। अगे लिखा है पुअर टैक्स मैनेजमेंट मे लीड टू द लेवी ऑफ इंटरस्ट, पेनल्टी, प्रोक्यूशन एटसेट्रा। अगर थोड़ी कहना पुअर टैक्स मैनेजमेंट है फिर तुहानूं की है इंटरस्ट ਜਾਂ ਲਾਇਬਿਲਿਟੀ ਜਾਂ ਫਿਰ ਪੈਨਲਟੀਜ਼ ਜੋ ਬਣਦੀਆਂ ਸਾਨੂੰ ਨਾਲ ਪੇ ਕਰਨੇ ਹੁੰਦੇ। ਕਈ ਵਾਰ ਇਦਾਂ ਦੀ ਗਵਰਨਮੈਂਟ ਸੈਟਅਪ ਕੀਤਾ ਹੋਵੇ, ਤੁਹਾਡੀ GSTR 1 ਹੈ 11 ਤਰੀਕ ਹੈ ਹਰ ਇੱਕ ਮਹੀਨੇ ਦੀ, ਤੁਸੀਂ ਜਮ੍ਹਾਂ ਕਰਨੀ ਹੈ। ਅਗਰ ਉਸ ਤੋਂ ਬਾਅਦ ਨਹੀਂ ਕਰਦੇ ਪਰ ਡੇ ਦੇ ਅਕੋਰਡਿੰਗ 200 ਰੁਪਏ ਜੁਰਮਾਨਾ ਤਾਂ ਪੇ ਕਰਨਾ ਪੈਂਦਾ ਹੈ। ਮਤਲਬ ਅਗਰ ਤੁਸੀਂ ਪ੍ਰੋਪਰ ਮੈਨੇਜਮੈਂਟ ਨਹੀਂ ਕਰ ਰਹੇ ਹੈਗੇ, ਪੂਅਰ ਮੈਨੇਜਮੈਂਟ ਤੁਹਾਡਾ ਅਕਾਊਂਟੈਂਟ ਜਾਂ ਫਿਰ ਸੀਏ ਜੋ ਕਾਰਨ ਕਰ ਰਹੇ ਹੈ ਪ੍ਰੋਪਰ ਤਰੀਕੇ ਮੇਨਟੇਨ ਨਹੀਂ ਕਰ ਸਕੇ ਤਾਂ ਤੁਹਾਨੂੰ ਬੇਸ ਜੁਰਮਾਨਾ ਪੈਨਲਟੀਜ਼ ਹੋਣਗੇ। ਪਰ ਕਈ ਵਾਰ ਕੰਪਨੀਜ਼ ਗਲਤੀ ਨਾਲ ਹੀ ਹੋ ਜਾਂਦਾ, ਕਈ ਵਾਰ ਦਿਮਾਗ ਚੋਂ ਨਿਕਲ ਗਿਆ ਜਾਂ ਕੁਝ ਹੋ ਗਿਆ ਤਾਂ ਸਾਨੂੰ ਇਦਾਂ ਜੁਰਮਾਨੇ ਭਰਨੇ ਪੈਂਦੇ ਹਨ। In some cases it may lead to the financial loss in proper compliance is not made। अगर कहना प्रॉपर तरीके ਨਾਲ ਅਸੀਂ ਕਈ ਵਾਰ ਨਹੀਂ ਧਿਆਨ ਦਿੰਦੇ ਤਾਂ ਸਾਨੂੰ ਕੀ ਲੋਸ ਦਿਖਾਣਾ ਪੈਂਦਾ ਹੁੰਦਾ। ਫਿਰ ਟੈਕਸ ਮੈਨੇਜਮੈਂਟ ਦੇ ਕਹਿੰਦਾ ਮੇਨ ਫਾਇਦੇ ਕੀ ਹੁੰਦੇ ਨੇ, ਮੇਨ ਏਮਸ ਮੀਨਸ ਮੇਨ ਗੋਲ ਕੀ, ਸਭ ਤੋਂ ਪਹਿਲਾਂ ਕੰਪਲਾਈਂਸ ਵਿਦ ਲੀਗਲ ਫਾਰਮੈਲਿਟੀਜ਼, ਤਾਂ ਕਿ ਸਾਰਾ ਕੰਮ ਲੀਗਲ ਫਾਰਮੈਲਿਟੀ ਨਾਲ ਹੋ ਜਾਵੇ। ਦੂਜਾ ਸੇਵਿੰਗ ਫਰੋਮ ਪੈਨਲਟੀਜ਼, ਅਗਰ ਪ੍ਰੋਪਰ ਮੈਨੇਜਮੈਂਟ ਕੀਤੀ ਹੋਊਗੀ ਪੈਨਲਟੀਜ਼ ਤੋਂ ਅਸੀਂ ਬਚ ਜਾਵਾਂਗੇ। ਟੇਕਿੰਗ ਐਡਵਾਂਟੇਜ ਆਫ ਵੇਰੀਅਸ ਟੈਕਸ ਇਨਸੈਂਟਿਵ ਐਂਡ ਡਿਡਕਸ਼ਨਸ, ਅਗਰ ਟਾਈਮਿੰਗ ਨਾਲ ਪੇ ਕਰਦੇ ਹਾਂ ਜਿੰਨੀਆਂ ਵੀ ਸਾਡੀਆਂ ਡਿਡਕਸ਼ਨਸ ਹੁੰਦੀਆਂ ਸਾਨੂੰ ਮਿਲ ਜਾਂਦੀਆਂ। ਅਗਰ ਤੁਸੀਂ ਟਾਈਮ ਤੇ ਰਿਕਾਰਡ ਨਹੀਂ ਦਿੰਦੇ ਤਾਂ ਤੁਹਾਨੂੰ ਡਿਡਕਸ਼ਨਸ ਨਹੀਂ ਮਿਲਦੀਆਂ, ਮੀਨਸ ਗਵਰਨਮੈਂਟ ਜਿੱਥੇ ਛੂਟ ਦੇ ਰਹੀ ਹੁੰਦੀ ਹੈ ਫਿਰ ਤੁਹਾਨੂੰ ਛੂਟ ਨਹੀਂ ਮਿਲਦੀਆਂ। ਰਿਵਿਊ ਆਫ ਡਿਪਾਰਟਮੈਂਟ ਆਰਡਰਸ, ਟੈਕਸ ਮੈਨੇਜਮੈਂਟ ਨਾਲ ਕੀ ਹੈ ਡਿਪਾਰਟਮੈਂਟ ਦੇ ਜੋ ਆਰਡਰਸ ਹੁੰਦੇ ਨੇ ਉਹਨਾਂ ਦੀ ਰਿਵਿਊ ਵੀ ਨਾਲ ਦੇ ਨਾਲ ਹੁੰਦੀ ਰਹਿੰਦੀ ਹੈ, ਕਿਉਂਕਿ ਸਾਨੂੰ ਟਾਈਮ ਟਾਈਮ ਪਤਾ ਲੱਗਦਾ ਰਹਿੰਦਾ ਹੈਗਾ ਕਿ ਗਵਰਨਮੈਂਟ ਨੇ ਅੱਜ ਨਵਾਂ ਰੂਲ ਕੀ ਕਰਿਆ, ਅਸੀਂ ਉਹਨੂੰ ਆਪਣੇ ਬਿਜ਼ਨਸ 'ਚ ਅਡਾਪਟ ਉਦਾਂ ਹੀ ਕਰ ਲੈਂਦੇ ਹਾਂ। ਉਸ ਤੋਂ ਬਾਅਦ ਹੈਗਾ ਏਰੀਆ ਆਫ ਟੈਕਸ ਮੈਨੇਜਮੈਂਟ। ਟੈਕਸ ਮੈਨੇਜਮੈਂਟ ਕਿਤੇ ਕਿਤੇ ਕਰੀ ਜਾਂਦੀ ਹੈ। ਸਭ ਤੋਂ ਪਹਿਲਾਂ ਲਿਖਿਆ ਹੈਗਾ ਮੇਨ ਰਿਡਕਸ਼ਨ ਆਫ ਟੈਕਸ ਸੋਰਸ, ਜਦੋਂ ਸਾਡਾ ਡਿਡਕਸ਼ਨ ਸਾਨੂੰ ਮਿਲਦੀ ਹੈਗੀ, ਜਿਵੇਂ ਐਗਜ਼ਾਮਪਲ ਇਨਕਮ ਫਰੋਮ ਸੈਲਰੀਜ਼, ਵਿਨਿੰਗ ਫਰੋਮ ਲੋਟਰੀਜ਼, ਹੋਰਸ ਰੇਟਸ ਐਟਸੈਟਰਾ, ਸਾਡੀਆਂ ਕਿੰਨੇ ਪ੍ਰਕਾਰ ਦੀਆਂ ਡਿਡਕਸ਼ਨਸ ਨੇ ਸਾਨੂੰ ਉਹਨੂੰ ਦੇਖਣਾ ਪੈਂਦਾ ਹੈਗਾ। ਦੂਸਰਾ EMPLOYEE ਸੀਕਸ ਫॉर TD CAN ਐਂਡ EMPLOYEE ਫॉर PAN ਕਾਰਡ। EMPLOYEES ਹਮੇਸ਼ਾ ਕਹਿੰਦਾ TDS ਬਾਰੇ ਜ਼ਰੂਰ ਦੇਖਦੇ ਨੇ, ਬਹੁਤ ਸਾਰੇ EMPLOYEES ਇਦਾਂ ਜਿਹਨਾਂ ਨੇ TDS ਕੱਟ ਹੁੰਦਾ ਹੈ,
ਤਾਂ ਉਹਨਾਂ ਨੇ ਪੈਨ ਕਾਰਡ ਦੇਖਣਾ ਹੁੰਦਾ ਹੈ। ਕਿਉਂ ਦੇਖਦੇ ਨੇ? ਕਿਉਂਕਿ ਜਿੰਨਾ ਸਾਡਾ TDS ਕੱਟਿਆ ਹੋਊਗਾ ਅਸੀਂ ਰਿਟਰਨ ਭਰਾਂਗੇ ਤਾਂ ਸਾਨੂੰ TDS ਵਾਪਿਸ ਮਿਲ ਜਾਊਗਾ। TDS should be deposited in government treasury। TDS ਹਮੇਸ਼ਾ ਗਵਰਨਮੈਂਟ ਕੋਲ ਹੀ ਜਾਂਦਾ ਹੈਗਾ। ਜਿੰਨਾ ਤੁਹਾਡਾ ਕੱਟ ਹੁੰਦਾ ਹੈਗਾ ਉਹ ਤੁਸੀਂ ਵਾਪਿਸ ਲੈ ਸਕਦੇ ਹੋ ਰਿਟਰਨ ਭਰਦੇ, ਨਹੀਂ ਭਰੋਗੇ ਤਾਂ ਗਵਰਨਮੈਂਟ ਕੋਲ ਇਨਕਮ। ਕੰਪਨੀਆਂ ਦੇ ਵਿੱਚ EMPLOYEES ਦਾ TDS ਕੱਟਦੇ ਨੇ, ਉਹਨਾਂ ਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ, ਬਸ ਓਨਲੀ ਪੈਨ ਕਾਰਡ ਜਾਂ ਆਧਾਰ ਕਾਰਡ ਦੇ ਦਿੰਦੇ ਆ, ਉਹਦੀ ਸੈਲਰੀ ਚ ਆਪੇ ਕੱਟ ਹੋ ਜਾਂਦਾ, ਫਿਰ ਉਹਨਾਂ ਨੂੰ ਮਿਲਦਾ ਕਦੋਂ? ਰਿਟਰਨ ਭਰੋ, ਇਨਕਮ ਟੈਕਸ ਰਿਟਰਨ। ITR ਭਰਨੀ ਜ਼ਰੂਰੀ ਹੈ। ਅਗਰ ਤੁਸੀਂ ਪੈਨ ਕਾਰਡ ਲਿਆ ਹੋਇਆ, ਪੈਨ ਕਾਰਡ ਜਿਵੇਂ ਤੁਸੀਂ ਕੰਪਨੀ ਦੇ ਤੁਹਾਡਾ TDS ਕੱਟ ਹੋ ਰਿਹਾ, ਤੁਹਾਡਾ TDS ਹਮੇਸ਼ਾ ਮੋਸਟਲੀ ਤੁਹਾਡਾ ਕੱਟ ਹੋਊਗਾ, ਜਿਵੇਂ ਤੁਹਾਨੂੰ ਕੋਈ ਕਮਿਸ਼ਨਸ ਮਿਲ ਰਹੇ ਨੇ ਜਾਂ ਕੁਝ ਮਿਲ ਰਿਹਾ, ਉਸ ਬੇਸ ਤੇ ਤੁਹਾਡਾ TDS ਕੱਟ ਹੋਊਗਾ। ਅਦਰਵਾਈਜ਼ ਸੈਲਰੀ ਦੇ ਵਿੱਚੋਂ ਨਹੀਂ TDS ਕੱਟਦੇ ਹੈਗੇ ਉਹ। ਔਰ ਤੁਸੀਂ ਲੈ ਸਕਦੇ ਹੋ ਜਦੋਂ ਤੁਹਾਡੀ ਮੀਨਸ ਹਰ ਸਾਲ ITR ਭਰੀ ਜਾਂਦੀ ਹੈ, ਜਿੰਨਾ TDS ਹੋਊਗਾ ਤੁਹਾਨੂੰ ਗਵਰਨਮੈਂਟ ਸਾਹਮਣੇ ਦਿਖਾ ਦਿੰਦੀ, ਤੁਸੀਂ ਅਪਲਾਈ ਤੁਹਾਡਾ ਜੋ CA ਹੋਊਗਾ, ਜਿਹਦੇ ਅਕਾਊਂਟੈਂਟ ਤੁਸੀਂ ਰਿਟਰਨ ਭਰਾਈ ਹੈ, ਉਹ TDS ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ। ਗਵਰਨਮੈਂਟ ਨੇ ਹੁਣ ਪਹਿਲਾਂ ਤਾਂ ਹੁੰਦਾ ਚੈੱਕ ਬਣ ਕੇ ਆਉਂਦਾ, ਟਾਈਮ ਬਹੁਤ ਲੱਗ ਜਾਂਦਾ ਸੀ, ਹੁਣ ਤਾਂ ਵਿਦਿਨ 1 ਮੰਥ, ਵਿਦਿਨ 15 ਡੇਜ਼ ਦੇ ਵਿੱਚ ਵੀ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦਾ ਹੈਗਾ TDS, ਅਗਰ ਰਿਟਰਨ ਟਾਈਮਲੀ ਫਿਲ ਕਰਤੀ ਤੁਸੀਂ ਤਾਂ। Employer should furnish to employee certificate regarding TDS। ਇਹ ਕਹਿੰਦਾ ਮੈਨੇਜਮੈਂਟ ਲਈ ਜ਼ਰੂਰੀ ਹੈ ਕਿ ਇੰਪਲੋਇਰ ਖੁਦ ਦੱਸੂਗਾ ਵੀ ਤੁਹਾਡਾ ਇੰਨਾ TDS ਕੱਟਿਆ ਹੈਗਾ, ਇੰਪਲੋਈਜ਼ ਨੂੰ ਦੱਸਣਾ ਪੈਂਦਾ ਹੈ, ਹਰੇਕ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਦੇ ਵਿੱਚ। Employer should furnish quarterly or annual रिटर्न रिगार्डिंग TDS। इंप्लॉयर खुद जो है क्वार्टरली बेस पे या फिर एनुअल बेस पे रिटर्न जो होंगे TDS जो फिल करके जरूर जमा करवाओ। दूसरा लिखा है पेमेंट ऑफ टैक्स ऑन बेसिस फॉलोइंग। एडवांस टैक्स पे करना है, टैक्स ऑफ सेल्फ असेसमेंट। सेल्फ असेसमेंट का मतलब होता है असं रिटर्न अपनी आप भरी, किसी तो नहीं भरवाई। पेमेंट ऑन डिमांड, जो गवर्नमेंट ने डिमांड करती भी सानू एडवांस टैक्स पहला पे कर दिता, उस टाइम जो टैक्स पे करना है, उत्थे भी टैक्स मैनेजमेंट होनी जरूरी है। उस तो बाद ऑडिट ऑफ अकाउंट्स, ऑडिट भी कंपनी दे विच हुंदा है। अगर कहना थोड़ी टर्नओवर 40 लाख तो ज्यादा हैगी है ਤਾਂ ਤੁਹਾਡਾ ਬਿਜ਼ਨਸ ਦਾ ਆਡਿਟ ਹੋਣਾ ਹੀ ਹੈ। ਅਗਰ ਟਰਨਓਵਰ 10 ਲੱਖ ਤੋਂ ਘੱਟ ਹੈ ਤਾਂ ਨਹੀਂ ਹੁੰਦਾ ਕਈ ਵਾਰ ਆਡਿਟ। ਵੈਸੇ ਤਾਂ ਹੁਣ ਗਵਰਨਮੈਂਟ ਨੇ ਸੈਟਅਪ ਕੀਤਾ ਹੋਇਆ ਵੀ ਅਗਰ ਕਿਸੇ ਕੰਪਨੀ ਬਿਜ਼ਨਸ ਦਾ ਟਰਨਓਵਰ 40 ਲੱਖ ਤੋਂ ਜ਼ਿਆਦਾ ਹੈ ਤਾਂ ਆਡਿਟ ਹੋਣੇ ਹੀ ਹੋਣੇ ਨੇ, ਉਹਨਾਂ ਦੇ ਤਾਂ ਆਡਿਟ ਹੁੰਦਾ ਹੀ ਹੈ। ਆਡਿਟ ਤੋਂ ਬਿਨਾਂ ਫਾਈਨਲ ਬੈਲੈਂਸ ਸ਼ੀਟ ਨਹੀਂ ਬਣਦੀਆਂ। ਫੁਲਫਿਲਮੈਂਟ ਆਫ ਕੰਡੀਸ਼ਨ ਟੂ ਕਲੇਮ ਡਿਡਕਸ਼ਨਸ। ਟੈਕਸ ਮੈਨੇਜਮੈਂਟ ਦੇ ਵਿੱਚ ਕਹਿੰਦਾ ਤੁਹਾਨੂੰ ਸਾਰੀਆਂ ਕੰਡੀਸ਼ਨ ਦਿਖਾਣੀਆਂ ਹੋਣਗੀਆਂ ਜਿਸ ਵਿੱਚ ਤੁਸੀਂ ਡਿਡਕਸ਼ਨ ਲਈ ਹੈ, ਮੀਨ ਛੂਟ ਲਈ ਹੈ। ਫਰਨਿਸ਼ਿੰਗ ਰਿਟਰਨ ਆਫ ਇਨਕਮ, ਆਪਣੇ ਇਨਕਮ ਟੈਕਸ ਰਿਟਰਨ ਦਿਖਾਉਣ ਲਈ ਵੀ ਟੈਕਸ ਮੈਨੇਜਮੈਂਟ ਜ਼ਰੂਰੀ ਹੋਊਗੀ। ਡਾਕੂਮੈਂਟੇਸ਼ਨ ਐਂਡ ਮੇਨਟੇਨ ਆਫ ਰਿਕਾਰਡਸ, ਜਿਹੜੇ ਵੀ ਤੁਹਾਡੇ ਰਿਕਾਰਡਸ ਨੇ ਜਿਵੇਂ ਬੁੱਕਸ ਆਫ ਅਕਾਊਂਟਸ ਤੁਸੀਂ ਬਣਾਉਣੇ ਇਹ ਜ਼ਰੂਰੀ ਹੋਣੇ ਚਾਹੀਦੇ ਨੇ। ਰਿਵਿਊ ਆਫ ਆਰਡਰਸ, ਗਵਰਨਮੈਂਟ ਜੋ ਆਰਡਰਸ ਪਾਸ ਕਰ ਰਹੀ ਹੈ ਉਹਨਾਂ ਦਾ ਰਿਵਿਊ ਲੈਣ ਲਈ ਵੀ ਟੈਕਸ ਮੈਨੇਜਮੈਂਟ ਹਮੇਸ਼ਾ ਹੁੰਦੀ ਹੈ। डिफरेंस बिटवीन टैक्स प्लानिंग एंड टैक्स मैनेजमेंट, की कहोगे भी टैक्स प्लानिंग और मैनेजमेंट की डिफरेंस है? टैक्स प्लानिंग ਜਿਹੜੀ ਹੈਗੀ ਫਸਟ ਸਟੈਪ ਹੈਗਾ ਵੀ ਅਸੀਂ ਟੈਕਸ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ, ਉਹਦੇ ਰੂਲਸ ਐਂਡ ਰੈਗੂਲੇਸ਼ਨ ਅਸੀਂ ਸਮਝਦੇ ਹੈਗੇ। ਟੈਕਸ ਮੈਨੇਜਮੈਂਟ ਹੁੰਦੀ ਹੈ ਵੀ ਜਦੋਂ ਅਸੀਂ ਸਾਰੇ ਡਾਕੂਮੈਂਟੇਸ਼ਨ ਨੂੰ ਇਕੱਠਾ ਕਰਦੇ ਹਾਂ ਲੀਗਲੀ ਤੌਰ ਤੇ, ਠੀਕ ਹੈ, ਲੀਗਲੀ ਤੌਰ ਤੇ ਜਦੋਂ ਅਸੀਂ ਉਹਨੂੰ ਇਕੱਠੇ ਕਰਦੇ ਹਾਂ ਆਪਣੇ ਡਾਕੂਮੈਂਟਸ ਨੂੰ ਔਰ ਆਪਣਾ ਟੈਕਸ ਜੋ ਹੈ ਕੈਲਕੂਲੇਟ ਕਰਕੇ ਪੇ ਕਰਦੇ ਹਾਂ, ਉਹ ਹੁੰਦੀ ਹੈ ਟੈਕਸ ਮੈਨੇਜਮੈਂਟ। ਪਲੈਨਿੰਗ ਹੁੰਦੀ ਹੈ ਅਸੀਂ ਸੈਟਅਪ ਕਰਦੇ ਹਾਂ ਸਟਾਰਟਿੰਗ ਤੋਂ ਵੀ ਅਸੀਂ ਕਿਸ ਤਰ੍ਹਾਂ ਕੰਮ ਕਰਾਂਗੇ, ਕੀ ਰਿਕਾਰਡਸ ਬਣਾਵਾਂਗੇ, ਠੀਕ ਹੈ। ਇੱਕ ਫਸਟ ਸਟੈਪ ਹੁੰਦਾ ਟੈਕਸ ਪਲੈਨਿੰਗ। ਟੈਕਸ ਮੈਨੇਜਮੈਂਟ ਹੁੰਦਾ ਸਾਡਾ ਟੈਕਸ ਬਾਰੇ ਹੀ ਸਰ ਸਭ ਕੁਝ ਸਮਝਣਾ ਹੈ। ਕੰਮ ਤਾਂ ਟੈਕਸ ਦੀ ਹੋ ਗਿਆ, ਮੀਨਸ ਪਲੈਨਿੰਗ ਹੋ ਗਿਆ ਫਸਟ ਸਟੈਪ। ਜਿਹੜੀ ਮੈਨੇਜਮੈਂਟ ਹੈ ਉਹ ਤੁਹਾਡੀ ਲਾਸਟ ਸਟੈਪ ਹੁੰਦੀ ਹੈ ਵੀ ਤੁਸੀਂ ਆਪਣੇ ਰਿਕਾਰਡ ਨੂੰ ਕਿੱਦਾਂ ਮੈਨੇਜ ਕਰਕੇ ਬਣਾਇਆ ਪਲੱਸ ਆਪਣਾ ਟੈਕਸ ਕਿੱਦਾਂ ਪੇ ਕਰਿਆ। ਇਹ ਸੀਗਾ ਤੁਹਾਡਾ ਥਰਡ ਟੌਪਿਕ